ਦੇਖੋ ਬੇਟੇ ਤੁਹਾਨੂੰ ਅਲੱਗ-ਅਲੱਗ ਸਰੀਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਕੁਝ ਗ੍ਰੰਥੀਆਂ ਦਿਖਾਈਆਂ ਗਈਆਂ। ਤਾਂ ਜਿਵੇਂ ਦੇਖੋ ਆ ਦਿਮਾਗ ਦੇ ਵਿੱਚ ਤੁਹਾਡੇ ਕੋਲ ਪਿਚੂਟਰੀ ਗਲੈਂਡ ਹੈ, ਗਲੇ ਵਿੱਚ ਥਾਇਰਾਇਡ ਹੈ, ਹਾਰਟ ਦੇ ਜਸਟ ਉੱਪਰ ਤੁਹਾਡੇ ਕੋਲ ਜੋ ਥਾਈਮਸ ਹੈ, ਗੁਰਦਿਆਂ ਦੇ ਉੱਪਰ ਜੋ ਐਡਰੀਨਲ ਗਲੈਂਡ ਹੈ। ਪਰ ਤੁਸੀਂ ਵੇਖੋਗੇ ਇਧਰਲੇ ਪਾਸੇ ਵੀ ਕੁਝ ਗ੍ਰੰਥੀਆਂ ਦਿਖਾਈਆਂ ਗਈਆਂ ਜਿਹਦੇ 'ਚ ਲਿਵਰ ਹੈ, ਠੀਕ ਹੈ, ਪੈਨਕ੍ਰੀਆਜ਼ ਹੈ ਤੇ ਸਲੀਵਰੀ ਗਲੈਂਡ ਹੈ। ਤਾਂ ਬੱਚੇ ਇਹਨਾਂ ਦੇ ਵਿੱਚ ਬਹੁਤ ਫਰਕ ਹੈ। ਇਹ ਦੋ ਤਰ੍ਹਾਂ ਦੇ ਸਾਡੇ ਕੋਲ ਗ੍ਰੰਥੀਆਂ ਹੁੰਦੀਆਂ, ਐਂਡੋਕਰਾਈਨ ਗਲੈਂਡ ਜਿਨ੍ਹਾਂ ਨੂੰ ਅੰਦਰ ਸਾਵੀ ਗ੍ਰੰਥੀਆਂ ਕਹਿੰਦੇ ਹੈ ਤੇ ਐਕਸੋਕਰਾਈਨ ਗਲੈਂਡ ਜਿਨ੍ਹਾਂ ਨੂੰ ਬਾਹਰ ਸਾਵੀ ਗ੍ਰੰਥੀਆਂ ਕਹਿੰਦੇ ਹੈ। ਹੁਣ ਤੁਸੀਂ ਕਹੋਗੇ ਵੀ ਸਰ ਇਹਨਾਂ 'ਚ ਫਰਕ ਕੀ ਹੈ? ਇਹਦਾ ਮਤਲਬ ਇਹ ਨਹੀਂ ਵੀ ਇਹ ਸਕ੍ਰੀਸ਼ਨ ਬਾਹਰ ਛੱਡਦੇ ਹੈ ਤੇ ਇਹ ਸਕ੍ਰੀਸ਼ਨਸ ਅੰਦਰ ਛੱਡਦੇ ਹੈ। ਸਾਡੇ ਬੋਡੀ ਦੇ ਜਿਹੜੇ ਐਂਡੋਕਰਾਈਨ ਜਾਂ ਅੰਦਰ ਸਾਵੀ ਗ੍ਰੰਥੀਆਂ ਹੈ ਉਹ ਜੋ ਵੀ ਸਕ੍ਰੀਟ ਕਰਦੀਆਂ, ਹਾਰਮੋਨ ਸਕ੍ਰੀਟ ਕਰਦੀਆਂ, ਉਹ ਸਿੱਧਾ ਖੂਨ ਵਿੱਚ ਛੱਡਦੀਆਂ। ਇਹ ਚੀਜ਼ ਯਾਦ ਰੱਖਣੀ ਹੈ, ਜਿਹੜੀਆਂ ਅੰਦਰ ਸਾਵੀ ਗ੍ਰੰਥੀਆਂ ਜਾਂ ਐਂਡੋਕਰਾਈਨ ਗਲੈਂਡ ਹੈ ਉਹ ਹਾਰਮੋਨਸ ਨੂੰ ਖੂਨ ਦੇ ਵਿੱਚ ਛੱਡਦੇ ਹੈ ਤੇ ਜਿਹੜੇ ਐਕਸੋਕਰਾਈਨ ਗਲੈਂਡ ਹੈ ਇਹ ਕਿੱਥੇ ਛੱਡਦੇ ਹੈ? ਇਹ ਹਾਰਮੋਨਸ ਨੂੰ ਇੱਕ ਟਿਊਬ ਦੇ ਜ਼ਰੀਏ, ਇੱਕ ਪਤਲੀ ਨਲੀ ਦੇ ਜ਼ਰੀਏ ਇੱਕ ਪਰਟੀਕੂਲਰ ਜਗ੍ਹਾ ਤੇ ਛੱਡਦੇ ਆ, ਇੱਕ ਖਾਸ ਜਗ੍ਹਾ ਤੇ ਛੱਡਦੇ ਆ, ਇਸ ਕਰਕੇ ਇਹਨਾਂ ਨੂੰ ਬਾਹਰ ਸਾਵੀ। ਹੁਣ ਜਿਹੜਾ ਸਲਾਈਵਰੀ ਗਲੈਂਡ ਹੈ ਇਹ ਸਲਾਈਵਾ ਕਿੱਥੇ ਛੱਡਦੇ ਆ? ਸਿਰਫ ਤੇ ਸਿਰਫ ਸਾਡੇ ਮੂੰਹ ਵਿੱਚ। ਐ ਤਾਂ ਹੈ ਨਹੀਂ ਵੀ ਉਹ ਸਾਡੀਆਂ ਬਾਹਾਂ 'ਚ ਵੀ ਚੱਲ ਜੂਗਾ, ਸਾਡੇ ਦਿਮਾਗ 'ਚ ਵੀ ਚੱਲ ਜੂਗਾ, ਕਿੱਥੇ ਜਾਊਗਾ? ਸਿਰਫ ਮੂੰਹ 'ਚ। ਤਾਂ ਇਹ ਇੱਕੋ ਹੀ ਜਗ੍ਹਾ ਤੇ ਛੱਡਦੀ ਹੈ। ਲਿਵਰ ਹੈ, ਇਹਦੀਆਂ ਸਕ੍ਰੀਸ਼ਨਸ ਹਮੇਸ਼ਾ ਇੰਟੈਸਟਾਈਨ ਛੋਟੀ ਆਂਦਰ ਦੇ ਵਿੱਚ ਜਾਂਦੀਆਂ। ਪੈਨਕ੍ਰੀਆਜ਼ ਹੈ, ਇਹ ਹੈਟਰੋਕਰਾਈਨ ਹੈ, ਇਹਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲਬਾਤ ਕਰਾਂਗੇ। ਤਾਂ ਹੁਣ ਐਂਡੋਕਰਾਈਨ ਤੇ ਐਕਸੋਕਰਾਈਨ 'ਚ ਕੀ ਫਰਕ? ਯੈਸ ਬੇਟੇ, ਐਂਡੋਕਰਾਈਨ ਹੈਗੇ ਆ ਪੁੱਤ ਅੰਦਰ ਰਸਾਵੀ ਗ੍ਰੰਥੀਆਂ, ਇਹਨਾਂ ਨੂੰ ਪੰਜਾਬੀ 'ਚ ਅੰਦਰ ਰਸਾਵੀ ਗ੍ਰੰਥੀਆਂ ਕਹਿੰਦੇ ਆ। ਐਕਸੋਕਰਾਈਨ ਨੂੰ ਬਾਹਰ ਰਸਾਵੀ ਗ੍ਰੰਥੀਆਂ ਕਹਿੰਦੇ ਆ। ਇਹ ਸਿੱਧਾ ਖੂਨ ਦੇ ਵਿੱਚ ਛੱਡਦੇ ਆ ਤੇ ਜਿਹੜੇ ਐਕਸੋਕਰਾਈਨ ਹੈ ਇੱਕ ਟਿਊਬ ਦੇ ਜ਼ਰੀਏ ਸਰੀਰ ਦੇ ਪਰਟੀਕੂਲਰ ਜਗ੍ਹਾ ਤੇ ਛੱਡਦੇ ਆ। ਜਿਵੇਂ ਸਲਾਈਵਰੀ ਲਾਰ ਗ੍ਰੰਥੀਆਂ ਹੁੰਦੀਆਂ, ਇਹ ਲਾਰ ਕਿੱਥੇ ਆਉਂਦੀ ਹੈ? ਸਿਰਫ ਮੂੰਹ 'ਚ ਆਉਂਦੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਬਾਹਾਂ 'ਚ ਗਈ ਚਲੀ ਜੀ, ਦਿਮਾਗ 'ਚ ਗਈ ਚਲੀ। ਲਾਰ ਸਿਰਫ ਮੂੰਹ ਦੇ ਵਿੱਚ ਹੋਣੀ ਹੈ। ਤੇ ਜਿਹੜਾ ਜਿਗਰ ਹੈ ਇਹਦੀ ਜਿਹੜੇ ਇਹਨੇ ਸਕ੍ਰੀਸ਼ਨਸ ਛੱਡਣੀਆਂ, ਰਸਾਇਣਾਂ ਛੱਡਣੀਆਂ, ਉਹ ਛੋਟੀ ਆਂਦਰ ਦੇ ਵਿੱਚ ਜਾਣੀਆਂ। ਤਾਂ ਹੁਣ ਤੁਸੀਂ ਸਾਰਿਆਂ ਤੋਂ ਪਹਿਲਾ ਪੁਆਇੰਟ ਕੀ ਹੈ ਵੀ ਜਿਹੜੇ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦੀਆਂ ਗ੍ਰੰਥੀਆਂ ਹੁੰਦੀਆਂ, ਇੱਕ ਹੁੰਦੀਆਂ ਅੰਦਰ ਸਾਵੀ, ਇੰਗਲਿਸ਼ 'ਚ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਐਂਡੋਕਰਾਈਨ। ਦੂਜੀਆਂ ਹੈਗੀਆਂ ਬਾਹਰ ਸਾਵੀ, ਇਹਨਾਂ ਨੂੰ ਆਪਾਂ ਕਹਿੰਦੇ ਹਾਂ ਐਕਸੋਕਰਾਈਨ। ਐਂਡੋਕਰਾਈਨ ਜਿਹੜੀਆਂ ਸਾਡੇ ਖੂਨ ਦੇ ਵਿੱਚ ਛੱਡਦੀਆਂ ਤੇ ਜਦੋਂ ਖੂਨ ਦੇ ਵਿੱਚ ਛੱਡ ਦਿੰਦੀਆਂ ਤਾਂ ਸਾਰੇ ਸਰੀਰ 'ਚ ਜਾਂਦਾ, ਪਰ ਇੱਕ ਪਰਟੀਕੂਲਰ ਜਗ੍ਹਾ ਤੇ ਜਾ ਕੇ ਕੰਮ ਕਰਦਾ ਹੈ। ਐਕਸੋਕਰਾਈਨ ਕੀ ਹੈ? ਇੱਕ ਖਾਸ ਜਗ੍ਹਾ ਤੇ ਹੀ ਆਪਦੇ ਰਸਾਇਣਸ ਨੂੰ ਛੱਡਦੇ ਹੈ। ਠੀਕ ਹੈ, ਤਾਂ ਇਹ ਕੀ ਹੈ? ਐਕਸੋਕਰਾਈਨ ਜਾਂ ਬਾਹਰ ਸਾਵੀ ਗ੍ਰੰਥੀਆਂ ਹੈਗੀਆਂ। ਆਓ ਹੁਣ ਆਪਾਂ ਅੱਜ ਸਿਰਫ ਪੜ੍ਹਨੀਆਂ ਅੰਦਰ ਸਾਵੀ ਗ੍ਰੰਥੀਆਂ। ਤਾਂ ਆ ਸਾਡੇ ਕੋਲ ਇੱਕ ਡਾਇਗਰਾਮ ਤੁਸੀਂ ਦੇਖ ਰਹੇ ਹੋ ਬਈ, ਸਾਰਿਆਂ ਤੋਂ ਪਹਿਲੀ ਗ੍ਰੰਥੀ ਇਹ ਸਾਡੇ ਦਿਮਾਗ ਦੇ ਵਿੱਚ ਹੁੰਦੀ ਹੈ। ਆ ਤੁਸੀਂ ਦੇਖ ਰਹੇ ਹੋ ਲੋਕੇਸ਼ਨ, ਇਹਨੂੰ ਕਹਿੰਦੇ ਆ ਹਾਈਪੋਥੈਲਮਸ। ਇੰਗਲਿਸ਼ ਤੇ ਪੰਜਾਬੀ ਦੋਵਾਂ ਦੇ ਵਿੱਚ ਇਹਨੂੰ ਹਾਈਪੋਥੈਲਮਸ ਕਿਹਾ ਜਾਂਦਾ ਹੈ। ਆ ਹੈਗੀ ਹੈ ਸਾਡੀ ਪਿਚੂਟਰੀ ਗਲੈਂਡ, ਇਹ ਦਿਮਾਗ ਦੇ ਹਲਕਾ ਜਿਹਾ ਹੇਠਲੇ ਪਾਸੇ ਹੁੰਦੀ ਹੈ। ਕੱਲ ਤੁਹਾਨੂੰ ਅਸਲੀਅਤ ਦੇ ਵਿੱਚ ਵਿਖਾਈ ਸੀ। ਪੰਜਾਬੀ 'ਚ ਇਹਨੂੰ ਕਹਿੰਦੇ ਆ ਪਿਊਸ਼ ਗ੍ਰੰਥੀ। ਪਹਿਲਾਂ ਤੁਹਾਨੂੰ ਮੈਂ ਸਾਰਿਆਂ ਦੀ ਲੋਕੇਸ਼ਨ ਦੱਸਾਂਗਾ ਤੇ ਨਾਮ ਦੱਸਾਂਗਾ, ਫਿਰ ਇੱਕ ਇੱਕ ਕਰਕੇ ਆਪਾਂ ਸਾਰਿਆਂ ਨੂੰ ਪੜਾਂਗੇ। ਆ ਹੈਗੀ ਹੈ ਬੇਟੇ ਪੀਨੀਅਲ ਗਲੈਂਡ, ਕੱਲ ਦਿਖਾਈ ਸੀ ਨਾ ਬ੍ਰੇਨ 'ਚ, ਯਾਦ ਹੋਣਾ ਤੁਹਾਨੂੰ। ਮੈਂ ਕਿਹਾ ਸੀ ਦੋ ਗੋਲ ਗੋਲ ਬੋਡੀਜ਼ ਹੈਗੀਆਂ, ਉਹਨਾਂ ਨੂੰ ਮੈਮਲਰੀ ਬੋਡੀ ਕਹਿੰਦੇ ਆ ਤੇ ਉਹਦੇ ਉੱਪਰ ਇੱਕ ਗੋਲਾਕਾਰ ਬੋਡੀ ਹੈ, ਉਹਨੂੰ ਕੀ ਕਹਿੰਦੇ ਆ? ਪੀਨੀਅਲ ਗਲੈਂਡ। ਜੇ ਤੁਸੀਂ ਨਹੀਂ ਵੇਖਿਆ ਤਾਂ ਉਹ ਪੀਪੀਟੀ ਦੁਆਰਾ ਦੇਖ ਲੈਣੀ ਹੈ, ਉਹਦੇ ਵਿੱਚ ਤੁਹਾਨੂੰ ਪੀਨੀਅਲ ਗਲੈਂਡ ਦਿਖ ਜੂਗਾ। ਸਾਡੇ ਗਲੇ ਦੇ ਵਿੱਚ ਜਿਹੜੀ ਸਾਹ ਟਿਊਬ ਨਾਲੀ ਟੱਪਦੀ ਹੈ ਉਹਦੇ ਉੱਪਰ ਥਾਇਰਾਇਡ ਗਲੈਂਡ ਹੁੰਦਾ ਹੈ। ਥਾਇਰਾਇਡ ਗਲੈਂਡ, ਇਹਦਾ ਤੁਸੀਂ ਬਹੁਤ ਨਾਮ ਸੁਣਿਆ ਹੋਣਾ, ਇਹਦੇ ਬਾਰੇ ਆਪਾਂ ਡਿਟੇਲ ਪੜਾਂਗੇ। ਇਹਦੇ ਪਿਛਲੇ ਪਾਸੇ, ਇਸ ਥਾਇਰਾਇਡ ਗਲੈਂਡ ਦੇ ਪਿਛਲੇ ਪਾਸੇ ਪੈਰਾਥਾਇਰਾਇਡ ਹੁੰਦਾ। ਵੇਖੋ ਆ ਜਿਹੜਾ ਹੈਗਾ, ਆ ਤੁਹਾਨੂੰ ਗੋਲੇ ਗੋਲੇ ਜਿਹੇ ਦਿਖਦੇ ਪਏ ਹੈ ਨਾ, ਇਹ ਪੈਰਾਥਾਇਰਾਇਡ ਗਲੈਂਡ ਹੈ। ਤੇ ਸਾਡੇ ਦਿਲ ਦੇ ਉੱਪਰ ਆ ਜਿਹੜੀ ਜਗ੍ਹਾ ਹੈਗੀ ਹੈ, ਇੱਥੇ ਹੁੰਦਾ ਥਾਈਮਸ। ਇਹ ਤੁਹਾਡੇ ਸਿਲੇਬਸ 'ਚ ਨਹੀਂ, ਪਰ ਤੁਸੀਂ ਵੱਡੀਆਂ ਕਲਾਸਾਂ 'ਚ ਜਦੋਂ ਸਾਇੰਸ ਪੜ੍ਹੋਗੇ ਤਾਂ ਉਦੋਂ ਇਹਦੇ ਬਾਰੇ ਜ਼ਰੂਰ ਪੜ੍ਹੋਗੇ।
ਉਸ ਤੋਂ ਬਾਅਦ ਤੁਹਾਡੇ ਗੁਰਦੇ ਦੇ ਉੱਪਰ ਇਸ ਜਗ੍ਹਾ ਤੇ ਗੁਰਦੇ ਹੁੰਦੇ ਆ, ਇਹਦੇ ਨਾਲ ਤੁਹਾਨੂੰ ਲੋਕੇਸ਼ਨ ਵੀ ਪਤਾ ਲੱਗ ਜੂਗੀ। ਗੁਰਦੇ ਦੇ ਉੱਪਰ ਐਡਰੀਨਲ ਗਲੈਂਡ ਹੁੰਦਾ ਹੈ, ਐਡਰੀਨਲ। ਇੱਕ ਪੀਲੇ ਰੰਗ ਦਾ ਪੱਤੇ ਵਰਗੀ ਸਟਰਕਚਰ ਦਿਖਦੀ ਪਈ ਹੈ ਨਾ, ਇਹਨੂੰ ਕਹਿੰਦੇ ਆ ਪੈਨਕ੍ਰੀਆਸ। ਪੰਜਾਬੀ 'ਚ ਇਹਨੂੰ ਕਹਿ ਦਿੰਦੇ ਆ ਲੂਬਾ। ਪੰਜਾਬੀ 'ਚ ਕੀ ਕਹਿ ਦਿੰਦੇ ਆ? ਲੂਬਾ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਗੋਨੇਡਸ ਸਟੱਡੀ ਕਰਾਂਗੇ। ਇਹ ਮੈਦਾ ਹੈ ਪੁੱਤ, ਜਿਗਰ ਹੈ ਲਿਵਰ। ਤੁਹਾਨੂੰ ਤ੍ਰਿਕੋਣ ਵਰਗਾ ਦਿਖਦਾ ਪਿਆ ਨਾ, ਇਹ ਜਿਗਰ ਹੈ ਬੇਟੇ। ਕਿਸੇ ਦਿਨ ਤੁਹਾਨੂੰ ਨਾ ਮੈਂ ਰੈਟ ਦੀ ਡਿਸੈਕਸ਼ਨ ਦੀ, ਮੇਰੇ ਕੋਲ ਵੀਡੀਓਜ਼ ਪਈਆਂ ਜਿਹੜੀਆਂ ਮੈਂ ਕਰਵਾਉਂਦਾ ਹੁੰਦਾ, ਤੇ ਮੈਂ ਤੁਹਾਨੂੰ ਉਹ ਵੀਡੀਓ ਸੈਂਡ ਕਰ ਦਿਆਂਗਾ। ਰੈਟ ਦੇ ਵਿੱਚ ਤੁਹਾਨੂੰ ਸਾਰੇ ਸਿਸਟਮ ਦਿਖ ਜਾਣਗੇ। ਤਾਂ ਪੁੱਤ ਹੁਣ ਆਪਾਂ ਤੀਸਰੀ ਡਾਇਗਰਾਮ ਵੱਲ ਚੱਲਦੇ ਹਾਂ। ਜਿਹੜੇ ਅੱਜ ਆਪਾਂ ਪੜ੍ਹਨੇ ਹੈ ਉਹ ਹੈਗੇ ਹੈ ਥੋੜਾ ਸ਼ਾਇਦ ਤੁਹਾਨੂੰ ਕਲੀਅਰ ਘੱਟ ਹੋਵੇ ਵਿਜ਼ੀਬਲ। ਹਾਈਪੋਥੈਲਮਸ ਪੜ੍ਹਨਾ ਹੈ, ਫਿਰ ਪੀਨੀਅਲ ਪੜ੍ਹਨਾ ਹੈ, ਫਿਰ ਆਪਾਂ ਪਿਊਸ਼, ਫਿਰ ਥਾਇਰਾਇਡ ਤੇ ਪੈਰਾਥਾਇਰਾਇਡ। ਥਾਈਮਸ ਨਹੀਂ ਪੜ੍ਹਨਾ। ਐਡਰੀਨਲ ਪੜ੍ਹਨਾ ਹੈ। ਪੈਨਕ੍ਰੀਆਸ ਜਿਹਨੂੰ ਲੂਬਾ ਕਹਿੰਦੇ ਆ ਇਹਨੂੰ ਪੜ੍ਹਨਾ ਹੈ। ਓਵਰੀ ਤੇ ਅੰਡਕੋਸ਼ ਪੰਜਾਬੀ 'ਚ ਇਹਨੂੰ ਕਹਿੰਦੇ ਆ ਟੈਸਟਿਸ ਪਤਾਲੂ। ਇਹਨਾਂ ਨੂੰ ਅੱਜ ਆਪਾਂ ਧਿਆਨ ਨਾਲ ਪੜ੍ਹਨਾ ਹੈ। ਠੀਕ ਹੈ, ਤਾਂ ਚਲੋ ਹੁਣ ਆਪਾਂ ਇੱਕ ਵਾਰੀ ਫੇਰ ਇਹਨਾਂ ਦੀ ਲੋਕੇਸ਼ਨ ਦੇਖ ਲਈਏ। ਤਾਂ ਇਹਨਾਂ ਦੀ ਲੋਕੇਸ਼ਨ ਜੋ ਹੈ ਬੇਟੇ, ਉਹ ਤੁਹਾਡੇ ਸਾਹਮਣੇ ਹੈ। ਤੁਹਾਡੇ ਦਿਮਾਗ ਵਿੱਚ ਪਿਚੂਟਰੀ ਹੈ, ਗਲੇ ਵਿੱਚ ਥਾਇਰਾਇਡ ਹੈ, ਦਿਲ ਦੇ ਉੱਪਰ ਥਾਈਮਸ ਹੈ, ਸਾਡੇ ਗੁਰਦੇ ਹੈ। ਗੁਰਦਿਆਂ ਦੇ ਉੱਪਰ ਐਡਰੀਨਲ ਹੈ, ਪੇਟ ਦੇ ਹੇਠਲੇ ਪਾਸੇ ਪੈਨਕ੍ਰੀਆਸ, ਮਾਦਾ ਦੇ ਸਰੀਰ ਵਿੱਚ ਅੰਡਕੋਸ਼ ਓਵਰੀ, ਤੇ ਨਰ ਦੇ ਸਰੀਰ ਵਿੱਚ ਟੈਸਟਿਸ ਜਾਂ ਪਤਾਲੂ ਮੇਲਸ ਦੇ ਵਿੱਚ। ਤਾਂ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਆਪਾਂ ਸ਼ੁਰੂ ਕਰਨਾ ਹੈ ਉਹ ਹੈਗਾ ਪਿਚੂਟਰੀ। ਤਾਂ ਬੇਟੇ ਇਹ ਹੈ ਸਾਡੀ ਪਿਚੂਟਰੀ। ਠੀਕ ਹੈ, ਤਾਂ ਥੋੜਾ ਜਿਹਾ ਇਹਦੇ ਬਾਰੇ ਦੱਸਦੇ ਹਾਂ। ਤੁਹਾਨੂੰ ਦੱਸਿਆ ਜਾਂਦਾ ਪਿਚੂਟਰੀ ਇਜ਼ ਦਾ ਮਾਸਟਰ ਗਲੈਂਡ ਆਫ ਆਰ ਬੋਡੀ। ਸਾਡੇ ਸਰੀਰ ਦੀ ਮਾਸਟਰ ਗ੍ਰੰਥੀ ਕਿਹੜੀ ਹੈ? ਪਿਚੂਟਰੀ ਹੈ। ਪਰ ਤੁਹਾਨੂੰ ਮੈਂ ਇੱਥੇ ਥੋੜੀ ਜਿਹੀ ਚੀਜ਼ ਦੱਸ ਦਿਆਂ ਵੀ ਹਿੱਸਾ ਜਿਹੜਾ ਉੱਪਰ ਵਿਖਾਇਆ ਗਿਆ ਇਹ ਹਾਈਪੋਥੈਲਮਸ ਹੈ। ਸਾਡੀ ਪਿਚੂਟਰੀ ਨੂੰ ਕੰਟਰੋਲ ਕਰਨ ਵਾਲੀ, ਸਾਡੀ ਪਿਊਸ਼ ਗ੍ਰੰਥੀ ਨੂੰ ਕੰਟਰੋਲ ਕਰਨ ਵਾਲੀ ਹਾਈਪੋਥੈਲਮਸ ਹੈ। ਇਹ ਜਿਹੜੀਆਂ ਗ੍ਰੰਥੀਆਂ ਦੋਵੇਂ ਦਿਮਾਗ ਦਾ ਹਿੱਸਾ ਹੈ, ਸਾਡੇ ਬ੍ਰੇਨ ਵਿੱਚ ਹੁੰਦੀਆਂ। ਠੀਕ ਹੈ, ਤਾਂ ਬੱਚੇ ਹਾਈਪੋਥੈਲਮਸ ਨੂੰ ਕੀ ਕਿਹਾ ਜਾਂਦਾ ਹੈ? ਮਾਸਟਰ ਆਫ ਐਂਡੋਕਰਾਈਨ ਆਰਕੈਸਟਰਾ। ਜਿੰਨੀਆਂ ਵੀ ਸਾਡੀਆਂ ਗ੍ਰੰਥੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਹਾਈਪੋਥੈਲਮਸ ਕੰਟਰੋਲ ਕਰਦੀ ਹੈ। ਕਿਹਦੇ ਜਰੀਏ ਕਰਦੀ ਹੈ? ਪਿਚੂਟਰੀ ਦੇ। ਜਿਵੇਂ ਸਾਡੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦੇ ਹੈ, ਪ੍ਰਿੰਸੀਪਲ ਕਿਹਨੂੰ ਕਹਿੰਦੇ ਹੈ? ਵਾਈਸ ਪ੍ਰਿੰਸੀਪਲ ਨੂੰ ਕਹਿੰਦੇ ਆ। ਤੇ ਵਾਈਸ ਪ੍ਰਿੰਸੀਪਲ ਕਿਹਨਾਂ ਨੂੰ ਕਹਿੰਦੇ ਆ? ਬਾਕੀ ਟੀਚਰਸ ਨੂੰ ਕਹਿੰਦੇ ਆ। ਠੀਕ ਹੈ, ਤਾਂ ਇਹ ਕੀ ਹੈ? ਪ੍ਰਿੰਸੀਪਲ ਗਲੈਂਡ ਹੈ। ਅੱਗੇ ਕੌਣ ਆ ਗਿਆ? ਪਿਚੂਟਰੀ। ਪਿਚੂਟਰੀ ਕੀ ਹੈ? ਜਿਹੜੀ ਹਾਈਪੋਥੈਲਮਸ ਦੁਆਰਾ ਕੰਟਰੋਲ ਹੁੰਦੀ ਹੈ। ਤਾਂ ਹੁਣ ਪਿਚੂਟਰੀ ਦੇ ਬੇਟੇ ਤਿੰਨ ਭਾਗ ਹੁੰਦੇ ਹੈ। ਇਹ ਅਗਲੀ ਪਿਚੂਟਰੀ ਹੈ, ਅਗਲੀ ਪਿਊਸ਼ ਗ੍ਰੰਥੀ, ਅਗਲਾ ਭਾਗ ਹੈ। ਇਹਦਾ ਪਿਛਲਾ ਭਾਗ ਹੈ। ਤਾਂ ਇਹਦੇ ਵਿੱਚ ਇੱਕ ਹੁੰਦਾ ਵਿਚਕਾਰਲਾ ਭਾਗ। ਤਾਂ ਬੱਚੇ ਇੱਥੇ ਦਿਖਾਇਆ ਗਿਆ ਕਿਉਂਕਿ ਮਨੁੱਖਾਂ ਦੇ ਸਰੀਰ ਵਿੱਚ ਇਹ ਲਗਭਗ ਖਤਮ ਹੋ ਚੁੱਕਿਆ, ਕੰਮ ਕਰਨਾ ਛੱਡ ਚੁੱਕਿਆ ਹੈ। ਪਰ ਤੁਹਾਡੀ ਬੁੱਕ ਦੇ ਵਿੱਚ ਇੱਕ ਗਲਤੀ ਹੈ, ਉਹਦੇ ਵਿੱਚ ਉਹ ਤੁਹਾਨੂੰ ਮੈਂ ਬਾਅਦ ਚ ਦੱਸਾਂਗਾ ਪਿਚੂਟਰੀ ਪੂਰੀ ਕਰਨ ਤੋਂ ਬਾਅਦ। ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਇੰਟੀਰੀਅਰ ਪਿਚੂਟਰੀ, ਅਗਲੀ ਪਿਚੂਟਰੀ। ਠੀਕ ਹੈ, ਤਾਂ ਆਓ ਹੁਣ ਦੇਖੀਏ ਇਹਦੇ ਚੋਂ ਕਿਹੜੇ ਕਿਹੜੇ ਹਾਰਮੋਨ ਨਿਕਲਦੇ ਹੈ। ਸਾਰਿਆਂ ਤੋਂ ਪਹਿਲਾਂ ਨਿਕਲਦਾ GH। ਇਹਨੂੰ ਕਹਿੰਦੀ ਹੈ ਗਰੋਥ ਹਾਰਮੋਨ, ਵਾਧੇ ਦਾ ਹਾਰਮੋਨ। ਤੇ ਤੁਹਾਡੇ ਸਰੀਰ ਵਿੱਚ ਵਾਧਾ ਕਿਹੜਾ ਹਾਰਮੋਨ ਕਰਦਾ ਹੈ? ਗਰੋਥ ਹਾਰਮੋਨ ਕਰਦਾ ਹੈ। ਜੇ ਮੰਨ ਲਓ ਸਾਡੇ ਸਰੀਰ ਵਿੱਚ ਘੱਟ ਨਿਕਲਦਾ ਹੈ ਤਾਂ ਸਾਡੀ ਲੰਬਾਈ ਘੱਟ ਜਾਂਦੀ ਹੈ, ਅਸੀਂ ਬੋਣੇ ਹੋ ਜਾਂਦੇ ਹਾਂ। ਜੇ ਜ਼ਿਆਦਾ ਨਿਕਲਦਾ ਹੈ ਤਾਂ ਅਸੀਂ ਲੰਬੇ ਹੋ ਜਾਂਦੇ ਹਾਂ, ਤੇ ਜੇ ਠੀਕ ਠੀਕ ਨਿਕਲਦਾ ਹੈ ਤਾਂ ਫਿਰ ਹਾਈਟ ਸਾਡੀ ਸਹੀ ਰਹਿੰਦੀ ਹੈ। ਤਾਂ ਬੱਚਿਓ ਇੱਥੇ
ਇੱਕ ਚੀਜ਼ ਯਾਦ ਰੱਖੋ, ਜਿਹੜੇ ਬੱਚੇ ਸਵੇਰੇ ਖਾਣਾ ਨਹੀਂ ਖਾ ਕੇ ਜਾਂਦੇ ਜਾਂ ਭੁੱਖੇ ਰਹਿੰਦੇ ਹੈ, ਉਹਨਾਂ ਦੇ ਸਰੀਰ ਵਿੱਚ ਇਹ ਗਰੋਥ ਹਾਰਮੋਨ ਉਲਟਾ ਕੰਮ ਕਰਦਾ ਹੈ, ਲੰਬਾਈ ਦੇ ਰੁੱਖ ਨਹੀਂ ਵਧਾਉਂਦਾ, ਸਾਡੇ ਜੋੜਾਂ ਨੂੰ ਚੌੜਾਈ ਦੇ ਰੁੱਖ ਵਧਾਉਂਦਾ ਹੈ। ਠੀਕ ਹੈ, ਤਾਂ ਉਹਦੇ ਨਾਲ ਕੀ ਹੁੰਦਾ ਹੈ ਫਿਰ, ਉਹਦੇ ਨਾਲ ਸਾਡੇ ਜੋੜਾਂ ਦੇ ਵਿੱਚ ਦਰਦ, ਢੂਈ ਦੇ ਵਿੱਚ ਦਰਦ ਜਾਂ ਲੱਤਾਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ। ਸੋ ਸਾਰੇ ਬੱਚੇ ਹੁਣ ਆਹ ਚੀਜ਼ ਜ਼ਰੂਰ ਧਿਆਨ ਨਾਲ ਸੁਣ ਲਓ, ਜਿਹੜੇ ਬੱਚੇ 17 ਸਾਲ ਤੋਂ ਥੱਲੇ ਹੈ, ਤੁਸੀਂ ਸਾਰੇ 17 ਤੋਂ ਥੱਲੇ ਹੋਵੋਗੇ, ਤਾਂ ਤੁਸੀਂ ਸਵੇਰੇ ਬ੍ਰੇਕਫਾਸਟ ਜ਼ਰੂਰ ਕਰਨਾ ਹੈ, ਭੁੱਖੇ ਨਹੀਂ ਰਹਿਣਾ। ਠੀਕ ਹੈ ਬੇਟੇ। ਉਸ ਤੋਂ ਬਾਅਦ ਆ ਜਾਓ ਬੇਟੇ, ਸਾਡੇ ਸਰੀਰ ਦੇ ਵਿੱਚ ਪਹਿਲਾ ਜਿਹੜਾ ਇਹ ਹਾਰਮੋਨ ਕੱਢਦਾ ਹੈ, ਉਹਨੂੰ ਕਹਿੰਦੇ ਆ ਗਰੋਥ ਹਾਰਮੋਨ, ਵਾਧੇ ਦਾ। ਇੱਕ ਹਾਰਮੋਨ ਕੱਢਦਾ ਪ੍ਰੋਲੈਕਟਿਨ, ਇਹ ਮਤਲਬ ਕਿ ਮਨੁੱਖੀ ਸਰੀਰ ਦੇ ਵਿੱਚ ਦੁੱਧ ਦਾ ਉਤਪਾਦਨ ਕਰਦਾ ਹੈ, ਮਿਲਕ ਪੈਦਾ ਕਰਦਾ ਹੈ। ਜਿੰਨੇ ਵੀ ਜੀਵ ਜੰਤੂ ਦੁੱਧ ਦਿੰਦੇ ਹੈ ਜਾਂ ਮਨੁੱਖ ਹੈ, ਉਹਨਾਂ ਦੀ ਸਰੀਰ ਵਿੱਚ ਪਿਚੂਟਰੀ ਤੋਂ ਕਿਹੜਾ ਹਾਰਮੋਨ ਨਿਕਲਦਾ ਹੈ? ਪ੍ਰੋਲੈਕਟਿਨ। ਠੀਕ ਹੈ। ਉਸ ਤੋਂ ਬਾਅਦ ਆ ਗਿਆ ਯਸ ਬੇਟੇ, ਬੇਟੇ ਆ ਸਾਰੇ ਇੰਟੀਰੀਅਰ ਚੋਂ ਮੈਂ ਦੱਸ ਰਿਹਾ, ਪੋਸਟੀਰੀਅਰ ਚੋਂ ਸਿਰਫ ਦੋ ਨਿਕਲਦੇ ਆ। ਠੀਕ ਹੈ। ਤਾਂ ਆਓ ਹੁਣ ਅਗਲਾ ਵੇਖੀਏ, LH ਲਿਊਟੇਨਾਈਜ਼ਿੰਗ ਹਾਰਮੋਨ ਕਹਿੰਦੇ ਆ। ਇਹ ਲਿਊਟੇਨਾਈਜ਼ਿੰਗ ਹਾਰਮੋਨ ਓਵਰੀ ਤੇ ਟੈਸਟਿਸ, ਓਵਰੀ ਅੰਡਕੋਸ਼ ਤੇ ਟੈਸਟਿਸ ਪਤਾਲੂ ਦੋਵਾਂ ਤੇ ਇਫੈਕਟ ਕਰਦਾ ਹੈ। ਓਵਰੀ ਚੋਂ ਦੋ ਮਾਦਾ ਹਾਰਮੋਨ ਕੱਢਣ ਨੂੰ ਮਜਬੂਰ ਕਰਦਾ ਹੈ, ਉਹਨਾਂ ਨੂੰ ਕਹਿੰਦੇ ਆ ਐਸਟ੍ਰੋਜਨ ਤੇ ਪ੍ਰੋਜੈਸਟੀਰੋਨ। ਤੇ ਟੈਸਟਿਸ ਦੇ ਵਿੱਚੋਂ ਇਹ ਕਿਹੜਾ ਹਾਰਮੋਨ ਕੱਢਦਾ ਹੈ? ਟੈਸਟੋਸਟੀਰੋਨ। ਸਾਰੇ ਬੱਚੇ ਨਾ ਸਕਰੀਨਸ਼ਾਟ ਲੈ ਲਿਆ ਕਰੋ, ਮੁੜ ਕੇ ਤੁਹਾਨੂੰ ਸਾਰੇ ਭੁੱਲ ਜਾਣਗੇ। ਉਸ ਤੋਂ ਬਾਅਦ FSH ਜਿਹੜਾ ਟੈਸਟਿਸ ਦੇ ਵਿੱਚ ਜਾ ਕੇ ਸ਼ੁਕਰਾਣੂ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਹੈ, ਤੇ ਜਿਹੜਾ ਮਾਦਾ ਦੇ ਸਰੀਰ ਵਿੱਚ ਅੰਡਾ ਬਣਾਉਣ ਦੇ ਵਿੱਚ, ਐਗ ਬਣਾਉਣ ਦੇ ਵਿੱਚ ਹੈਲਪ ਕਰਦਾ ਹੈ। ਉਸ ਤੋਂ ਬਾਅਦ ਆ ਗਿਆ ਬੇਟੇ ACTH, ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਸ਼ਾਬਾਸ਼ ਬੇਟੇ, ਨੋਟ ਕਰੋ, ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਠੀਕ ਹੈ, ਫੋਲੀਕਲ ਸਟਿਮੂਲੇਟਿੰਗ ਹਾਰਮੋਨ। LH ਜਿਹੜਾ ਹੈਗਾ ਇਟਸ ਲਿਊਟੇਨਾਈਜ਼ਿੰਗ ਹਾਰਮੋਨ, ਲਿਊਟੇਨਾਈਜ਼ਿੰਗ ਹਾਰਮੋਨ ਹੈਗਾ ਫੋਲੀਕਲ ਹਾਰਮੋਨ। ਉਸ ਤੋਂ ਬਾਅਦ ਬੇਟੇ, ਯਸ ਬੇਟਾ, ਫੋਲੀਕਲ ਸਟਿਮੂਲੇਟਿੰਗ ਹਾਰਮੋਨ। ਬੇਟਾ ਮੈਂ ਮੈਸੇਜ ਵੀ ਕਰ ਦਿੰਦਾ ਟਾਈਪ ਕਰਕੇ ਆਪਣੇ ਗਰੁੱਪ ਦੇ ਵਿੱਚ। ਠੀਕ ਹੈ। ਤਾਂ ACTH ਇਹ ਤੁਸੀਂ ਨੋਟ ਕਰ ਲਓ, ਦਾ ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ, ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ, ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ। ਇਹ ਐਡਰੀਨਲ ਕੋਰਟੈਕਸ, ਇਹ ਸਾਡੇ ਗੁਰਦਿਆਂ ਦੇ ਉੱਪਰ ਗ੍ਰੰਥੀ ਹੁੰਦੀ ਹੈ, ਇਹਨਾਂ ਨੂੰ ਆਪਾਂ ਸਾਰੀਆਂ ਨੂੰ ਡਿਟੇਲ 'ਚ ਵੀ ਪੜ੍ਹਨਾ ਹੈ। ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ, ਐਡਰੀਨੋਟ੍ਰੋਫਿਕ ਹਾਰਮੋਨ, ਇਹ ਮੈਂ ਤੁਹਾਨੂੰ ਭੇਜਾਂਗਾ ਬੇਟੇ, ਸਾਰੇ ਸਪੈਲਿੰਗ ਲਿਖ ਕੇ ਨਾ ਭੇਜ ਦਿਆਂਗਾ। ਇਹ ਐਡਰੀਨਲ ਕੋਰਟੈਕਸ ਦੇ ਵਿੱਚ ਹੁੰਦਾ ਹੈ ਬੇਟੇ, ਐਡਰੀਨਲ ਕੋਰਟੈਕਸ ਤੇ ਇਫੈਕਟ ਕਰਦਾ ਹੈ, ਪਿਚੂਟਰੀ ਚੋਂ ਨਿਕਲ ਕੇ। ਇਹਦੇ ਬਾਰੇ ਆਪਾਂ ਅੱਗੋਂ ਜਾ ਕੇ ਪੜਾਂਗੇ ਵੀ ਐਡਰੀਨਲ ਗ੍ਰੰਥੀ ਕਿਹੜੀ ਹੈ। ਫਿਰ ਨਿਕਲਦਾ ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ। ਐਡਰੀਨੋ ਕਾਰਟੀਕੋਟ੍ਰੋਫਿਕ ਹਾਰਮੋਨ ਕਿਹਨੂੰ ਇਫੈਕਟ ਕਰਦਾ ਹੈ? ਐਡਰੀਨਲ ਗਲੈਂਡ ਨੂੰ। ਕਿਹਨੂੰ ਇਫੈਕਟ ਕਰਦਾ ਹੈ? ਐਡਰੀਨਲ ਗਲੈਂਡ। ਉਸ ਤੋਂ ਬਾਅਦ ਨਿਕਲਦਾ TSH, ਇਹਨੂੰ ਕਹਿੰਦੇ ਆ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਤਾਂ ਬੱਚੇ ਸਾਰੇ ਨਾ ਧਿਆਨ ਨਾਲ ਸੁਣਿਆ ਜੇ, ਲਾਸਟ ਟੂ ਲਾਸਟ ਈਅਰ ਜਿਹੜਾ NTSC ਸੀ, ਉਹਦੇ ਚੋਂ ਦੋ ਫੁੱਲ ਫਾਰਮ ਪੁੱਛੀਆਂ ਗਈਆਂ ਸੀ। ਠੀਕ ਹੈ। ਤੇ ਇਹਨੂੰ ਕਹਿੰਦੇ ਆ ਥਾਇਰਾਇਡ ਸਟਿਮੂਲੇਟਿੰਗ ਹਾਰਮੋਨ। ਇਹ ਕਿਹਨੂੰ ਇਫੈਕਟ ਕਰਦਾ ਹੈ? ਥਾਇਰਾਇਡ ਨੂੰ। ਠੀਕ ਹੈ। ਤਾਂ ਹੁਣ ਦੇਖੋ 1 2 3 4 5 ਤੇ 6, ਵੈਸੇ 6 ਹਾਰਮੋਨ ਕਿੱਥੋਂ ਨਿਕਲਦੇ ਆ ਤੁਹਾਡੇ? ਅਗਲੀ ਪਿਚੂਟਰੀ ਚੋਂ। ਆ ਤੁਸੀਂ ਸਾਰੇ ਨੋਟ ਕਰ ਲੈਣੇ ਆ, ਇਹ 6 ਅਗਲੀ ਪਿਚੂਟਰੀ ਚੋਂ ਨਿਕਲਦੇ ਆ। ਹੁਣ ਜਿਹੜੇ ਪਿਚੂਟਰੀ ਦਾ ਪਿਛਲਾ ਭਾਗ ਹੈ, ਯਸ ਬੇਟੇ, ਆਵਾਜ਼ ਘੱਟ ਆ ਰਹੀ ਹੈ ਬੇਟੇ? ਮੇਰੇ ਵੱਲੋਂ ਤਾਂ ਠੀਕ ਹੈ, ਨੈਟਵਰਕ ਪ੍ਰੋਬਲਮ ਵੀ ਨਹੀਂ ਹੈ। ਸਹੀ ਹੈ ਬੇਟੇ, ਠੀਕ ਹੈ, ਓਕੇ ਬੇਟਾ। ਤਾਂ ਦਿਸ ਇਜ਼ ਦਾ ਪਿਚੂਟਰੀ, ਇਹ ਪਿਚੂਟਰੀ ਦਾ ਪਿਛਲਾ ਖਾਨਾ ਹੈ, ਪਿਊਸ਼ ਗ੍ਰੰਥੀ ਦਾ ਪਿਛਲਾ ਖਾਨਾ ਹੈ। ਠੀਕ ਹੈ, ਪਿਛਲਾ ਭਾਗ ਹੈ। ਯਾਦ ਰੱਖੋ ਇਹਦੇ ਚ ਦੋ ਹਾਰਮੋਨ ਨਿਕਲਦੇ ਹੈ। ਪਹਿਲਾ ਹੈਗਾ ਵੈਸੋਪ੍ਰੈਸਿਨ,
ਵੈਸੋਪ੍ਰੈਸਿਨ ਕਿਡਨੀ ਦੇ ਵਿੱਚ ਜਾ ਕੇ ਸਾਡੇ ਸਰੀਰ ਦੇ ਵਿੱਚ ਵਾਟਰ ਬੈਲੈਂਸ ਬਈ ਪਾਣੀ ਦਾ ਸੰਤੁਲਨ ਬਣਾਉਣ ਲਈ ਕਹਿੰਦਾ ਹੈ। ਠੀਕ ਹੈ, ਵੈਸੋਪ੍ਰੈਸਿਨ ਕੀ ਕਰਦਾ ਹੈ? ਸਾਡੇ ਸਰੀਰ ਵਿੱਚ ਪਾਣੀ ਦਾ ਸੰਤੁਲਨ ਮੇਨਟੇਨ ਰੱਖਦਾ ਹੈ, ਮੇਨਟੇਨ ਦਾ ਵਾਟਰ ਬੈਲੈਂਸ ਇਨ ਆਰ ਬੋਡੀ। ਕਿਹਦੀ ਮਦਦ ਦੇ ਨਾਲ? ਕਿਡਨੀ ਦੀ ਹੈਲਪ ਦੇ ਨਾਲ। ਵੈਸੋਪ੍ਰੈਸਿਨ ਸਾਡੇ ਸਰੀਰ ਵਿੱਚ ਪਾਣੀ ਦੀ ਮਿਕਦਾਰ ਨੂੰ ਸੰਤੁਲਿਤ ਕਰਦਾ ਹੈ। ਇੱਕ ਹੁੰਦਾ ਪੁੱਤ ਜਿਹੜਾ ਇਹ ਚੋਂ ਨਿਕਲਦਾ ਆਕਸੀਟੋਸਿਨ। ਆਕਸੀਟੋਸਿਨ ਆਪਾਂ ਤੁਸੀਂ ਜਿਨ੍ਹਾਂ ਦੇ ਘਰੇ ਪਸ਼ੂ ਰੱਖੇ ਹੋਏ ਆ, ਪਿੰਡਾਂ 'ਚ ਰਹਿੰਦੇ ਆ, ਉਹ ਤੁਹਾਨੂੰ ਪਤਾ ਹੋਣਾ ਵੀ ਆਪਾਂ ਨਾ ਕਈ ਵਾਰੀ ਪਸ਼ੂਆਂ ਨੂੰ ਦੁੱਧ ਦੇਣ ਲਈ ਟੀਕਾ ਲਾਉਂਦੇ ਆ। ਵੈਸੇ ਤਾਂ ਬੱਚਿਓ ਯਾਦ ਰੱਖੋ ਬਹੁਤ ਖਤਰਨਾਕ ਹੈ ਸਾਡੇ ਲਈ ਉਹ ਟੀਕਾ ਲਗਾਉਣਾ, ਸਾਡੇ ਲਈ ਬਹੁਤ ਖਤਰਨਾਕ ਹੈ। ਉਹ ਟੀਕਾ ਹੁੰਦਾ ਆਕਸੀਟੋਸਿਨ। ਆਪਾਂ ਇੱਥੇ ਗੱਲ ਕੀਤੀ ਸੀ ਪ੍ਰੋਲੈਕਟਿਨ ਮਿਲਕ ਬਣਾਉਂਦਾ ਹੈ, ਦੁੱਧ ਨੂੰ ਬਣਾਉਂਦਾ ਹੈ, ਪਰ ਆਕਸੀਟੋਸਿਨ ਦੁੱਧ ਨੂੰ ਬਾਹਰ ਕੱਢਦਾ ਹੈ, ਸਰੀਰ ਚੋਂ ਬਾਹਰ ਕੱਢਣ ਦੇ ਵਿੱਚ ਹੈਲਪ ਕਰਦਾ ਹੈ। ਤੇ ਇੱਕ ਬੱਚੇ ਦੇ ਜਨਮ ਲਈ ਵੀ ਇਹ ਆਕਸੀਟੋਸਿਨ ਹੈਲਪ ਕਰਦਾ ਹੈ। ਇਸ ਚੀਜ਼ ਨੂੰ ਆਪਾਂ ਦਿਮਾਗ ਦੇ ਵਿੱਚ ਰੱਖਣਾ ਹੈ। ਮੈਂ ਉਮੀਦ ਕਰਦਾ ਵੀ ਤੁਸੀਂ ਬੇਟੇ ਮੈਂ ਸਾਰਿਆਂ ਨੂੰ ਮਿਊਟ ਕਰਦਾ ਹਾਂ। ਬੱਚੇ ਆਪਣੇ ਐਡੇ ਸਿਆਣੇ ਫਿਰ ਵੀ ਐਡੇ ਸਿਆਣੇ ਬੱਚੇ ਹੋ ਕੇ ਫਿਰ ਵੀ ਤੁਸੀਂ ਡਿਸਟਰਬੈਂਸ ਕ੍ਰੀਏਟ ਕਰਦੇ ਹੋ। ਤਾਂ ਬੇਟੇ ਇੱਥੇ ਫਿਰ ਇੱਕ ਸੁਣ ਲਓ ਪੁਆਇੰਟ। ਪ੍ਰੋਲੈਕਟਿਨ ਮਿਲਕ ਪ੍ਰੋਡਿਊਸ ਕਰਦਾ ਹੈ, ਦੁੱਧ ਪੈਦਾ ਕਰਦਾ ਹੈ ਜੰਤੂਆਂ ਦੇ ਸਰੀਰ ਵਿੱਚ, ਤੇ ਆਕਸੀਟੋਸਿਨ ਦੁੱਧ ਬਾਹਰ ਕੱਢਣ ਲਈ ਜ਼ਿੰਮੇਵਾਰ ਹੈ। ਅਸੀਂ ਪਸ਼ੂਆਂ ਨੂੰ ਟੀਕਾ ਕਦੋਂ ਲਾਉਂਦੇ ਹਾਂ? ਜਦੋਂ ਉਹਨਾਂ ਤੋਂ ਦੁੱਧ ਲੈਣਾ ਹੋਵੇ ਧੱਕੇ ਨਾਲ। ਪਰ ਇਹ ਸਾਡੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਬਈ, ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ ਹੈ। ਤਾਂ ਆਓ ਹੁਣ ਅੱਗੇ ਗੱਲ ਕਰਦੇ ਹਾਂ। ਆਪਾਂ ਸਾਰਿਆਂ ਤੋਂ ਪਹਿਲੇ ਗਲੈਂਡ ਬਾਰੇ ਗੱਲਬਾਤ ਕਰੀਏ, ਦੈਟ ਇਜ਼ ਥਾਇਰਾਇਡ। ਤੁਸੀਂ ਥਾਇਰਾਇਡ ਸਾਰਿਆਂ ਨੇ ਸੁਣਿਆ ਹੋਣਾ, ਪਿੰਡਾਂ ਦੇ ਵਿੱਚ ਆਮ ਤੌਰ ਤੇ ਬੁੜੀਆਂ ਗੱਲ ਕਰਦੀਆਂ ਮੇਰਾ ਥਾਇਰਾਇਡ ਵੱਧ ਗਿਆ। ਠੀਕ ਹੈ, ਤਾਂ ਥਾਇਰਾਇਡ ਨਹੀਂ ਵੱਧਦਾ ਪੁੱਤ। ਥਾਇਰਾਇਡ ਗ੍ਰੰਥੀ ਦੇ ਵਿੱਚੋਂ ਇੱਕ ਹਾਰਮੋਨ ਨਿਕਲਦਾ ਹੈ ਥਾਇਰੋਕਸਿਨ। ਤੇ ਇਸ ਦੁਆਰਾ ਫਿਰ ਰਿਪੀਟ ਕਰ ਰਹੇ ਹਾਂ, ਕਿਹੜਾ ਹਾਰਮੋਨ ਨਿਕਲਦਾ ਹੈ? ਥਾਇਰੋਕਸਿਨ। ਤੇ ਥਾਇਰਾਇਡ ਸਾਡੀ ਹੁੰਦੀ ਕਿੱਥੇ ਹੈ? ਸਾਡੇ ਟਰੈਕੀਆ ਦੇ ਉੱਪਰ, ਸਾਡੇ ਸਾਹ ਨਾਲੀ ਦੇ ਉੱਪਰ ਹੁੰਦੀ ਹੈ। ਬੱਚੇ ਰਿਪੂ ਬੱਚੇ ਤੁਸੀਂ ਬਹੁਤ ਲੇਟ ਜੁਆਇਨ ਕਰਦੇ ਪਏ ਹੋ, ਚਲੋ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਤਾਂ ਥਾਇਰਾਇਡ ਸਾਡੀ ਟਰੈਕੀਆ ਦੇ ਉੱਪਰ ਹੁੰਦੀ ਹੈ। ਠੀਕ ਹੈ ਬੇਟਾ, ਜਿਹੜੀ ਸਾਡੀ ਸਾਹ ਨਾਲੀ ਹੈ ਇਹਦੇ ਉੱਪਰ ਕਿਹੜੀ ਗ੍ਰੰਥੀ ਹੁੰਦੀ ਹੈ? ਥਾਇਰਾਇਡ। ਤੇ ਇਹ ਚੋਂ ਕਿਹੜਾ ਹਾਰਮੋਨ ਨਿਕਲਦਾ ਹੈ? ਥਾਇਰੋਕਸਿਨ। ਤਾਂ ਹੁਣ ਧਿਆਨ ਨਾਲ ਸੁਣਿਓ, ਥਾਇਰੋਕਸਿਨ ਬਾਰੇ ਕੰਮ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਗੇ। ਥਾਇਰੋਕਸਿਨ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਸਾਰੀਆਂ ਰਸਾਇਣਿਕ ਕਿਰਿਆਵਾਂ ਨੂੰ ਕੰਟਰੋਲ ਕਰਦੀ ਹੈ। ਹੁਣ ਤੁਸੀਂ ਸੋਚੋ ਵੀ ਥਾਇਰੋਕਸਿਨ ਕੀ ਹੈ? ਜਿਵੇਂ ਮੰਨ ਲਓ ਕਿਸੇ ਕਿਰਿਆ ਨੂੰ ਵਧਾਉਣਾ ਹੈ ਜਾਂ ਘਟਾਉਣਾ ਹੈ, ਉਹਦੇ ਤੇ ਕੰਟਰੋਲ ਕਿਹਦਾ? ਥਾਇਰੋਕਸਿਨ ਦਾ। ਜੇ ਥਾਇਰੋਕਸਿਨ ਵਧ ਗਈ ਸਾਡੇ ਸਰੀਰ ਵਿੱਚ ਤਾਂ ਸਾਰੀਆਂ ਕਿਰਿਆਵਾਂ ਕੀ ਹੋਣਗੀਆਂ? ਵਧ ਜਾਣਗੀਆਂ। ਜਦੋਂ ਸਾਰੀਆਂ ਕਿਰਿਆਵਾਂ ਵਧ ਗਈਆਂ ਤੇ ਬੰਦੇ ਦੇ ਸਰੀਰ ਵਿੱਚ ਜਿਹੜੇ ਭੋਜਨ ਪਦਾਰਥ ਆ ਉਹ ਛੇਤੀ ਟੁੱਟਣ ਲੱਗ ਜਾਣਗੇ। ਛੇਤੀ ਟੁੱਟਣ ਲੱਗ ਜਾਣਗੇ ਤਾਂ ਉਹਦੇ ਨਾਲ ਕੀ ਹੋਊਗਾ ਵੀ ਸਾਡੇ ਸਰੀਰ ਪਤਲਾ ਹੋ ਜਾਊਗਾ। ਠੀਕ ਹੈ, ਸਾਨੂੰ ਗਰਮੀ ਜ਼ਿਆਦਾ ਲੱਗੂਗੀ, ਅਸੀਂ ਹਮੇਸ਼ਾ ਐਗਜ਼ਾਈਟਡ ਸਟੇਟ 'ਚ ਰਹਾਂਗੇ। ਉਹ ਪੰਜਾਬੀ 'ਚ ਕਹਿੰਦੇ ਨਾ ਭਮੱਤਰਿਆ ਫਿਰਦਾ, ਉਹ ਬੰਦਾ ਭਮੱਤਰਿਆ ਜਿਹਾ ਰਹੂਗਾ ਸਾਰੀ ਉਮਰ। ਠੀਕ ਹੈ, ਜਦੋਂ ਤੱਕ ਉਹਦੇ ਸਰੀਰ ਵਿੱਚ ਥਾਇਰੋਕਸਿਨ ਜ਼ਿਆਦਾ ਨਿਕਲਦਾ ਹੈ। ਕਿੱਥੋਂ ਨਿਕਲਦਾ ਹੈ? ਉਹ ਨਿਕਲਦਾ ਹੈ ਸਾਡੇ ਥਾਇਰਾਇਡ ਗ੍ਰੰਥੀ ਚੋਂ। ਤੇ ਜੇ ਘੱਟ ਨਿਕਲੂਗਾ ਤਾਂ ਉਹ ਬੰਦਾ ਨਾ ਪਾਣੀ ਨਾਲ ਹੀ ਮੋਟਾ ਹੋਈ ਚੱਲੂਗਾ। ਉਹਦੇ ਕਿਉਂਕਿ ਉਹਦੀਆਂ ਸਰੀਰਕ ਕਿਰਿਆਵਾਂ ਘੱਟ ਜਾਣਗੀਆਂ, ਉਹਦੇ ਸਰੀਰ 'ਚ ਜਿਹੜੀਆਂ ਰਸਾਇਣਿਕ ਕਿਰਿਆਵਾਂ ਹੈ ਉਹ ਸਲੋ ਹੋ ਜਾਣਗੀਆਂ, ਘੱਟ ਜਾਣਗੀਆਂ। ਤਾਂ ਉਹਦੇ ਨਾਲ ਉਹਦੇ ਸਰੀਰ ਵਿੱਚ ਜਿਹੜਾ ਫੈਟ ਤੇ ਹੋਰ ਪਦਾਰਥਾਂ ਦਾ ਜਮਾ ਹੋਣਾ ਸ਼ੁਰੂ ਹੋ ਜਾਊਗਾ। ਇੱਕ ਤਾਂ ਉਹ ਮੋਟਾ ਬਹੁਤ ਹੋ ਜਾਊਗਾ, ਇੱਕ ਉਹ ਸੁਸਤ ਰਹਿਣ ਲੱਗ ਜਾਊਗਾ, ਕੋਈ ਕੰਮ ਕਰਨ ਨੂੰ ਉਹਦਾ ਦਿਲ ਨਹੀਂ ਕਰਨਾ। ਤੇ ਐਸੇ ਕਰਕੇ ਜਿਹੜੇ ਬੰਦੇ ਮੋਟੇ ਹੁੰਦੇ ਹੈ ਤਾਂ ਉਹ ਕੀ ਕਹਿੰਦੇ ਆ? ਕਹਿੰਦੇ ਜੀ ਤੁਸੀਂ ਆਪਦਾ ਥਾਇਰਾਇਡ ਚੈੱਕ ਕਰਾ ਲਓ। ਥਾਇਰਾਇਡ ਕਿਉਂ ਚੈੱਕ ਕਰਦੇ ਆ? ਵੀ ਦੈਟਸ ਅ ਥਾਇਰੋਕਸਿਨ, ਜਿਹੜਾ ਸਾਡੇ ਖੂਨ ਵਿੱਚ ਨਿਕਲਦਾ ਹੈ ਤੇ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਜੇ ਥਾਇਰੋਕਸਿਨ ਘੱਟ ਜੇ ਤਾਂ ਅਸੀਂ ਮੋਟੇ ਹੋ ਜਾਵਾਂਗੇ, ਥਾਇਰੋਕਸਿਨ ਵੱਧ ਜੇ ਤਾਂ ਅਸੀਂ ਪਤਲੇ ਹੋ ਜਾਵਾਂਗੇ। ਜਿਹਦੇ 'ਚ ਥਾਇਰੋਕਸਿਨ ਵਧੂਗਾ ਉਹਨੂੰ ਗਰਮੀ ਜ਼ਿਆਦਾ ਲੱਗੂਗੀ, ਹਮੇਸ਼ਾ ਐਗਜ਼ਾਈਟਡ ਰਹੂਗਾ, ਭਾਵ ਕਿ ਭਮੱਤਰਿਆ ਰਹੂਗਾ। ਜਿਹਦੇ ਸਰੀਰ ਵਿੱਚ ਥਾਇਰੋਕਸਿਨ ਘੱਟ ਨਿਕਲੂਗਾ ਉਹ ਮੋਟਾ ਹੋਈ ਚੱਲੂਗਾ, ਉਹ ਸੁਸਤ ਹੋ ਜਾਊਗਾ ਤੇ ਉਹਦੇ ਤੋਂ ਕੰਮ ਨਹੀਂ ਹੋਣੇ। ਤਾਂ ਹੁਣ ਇਹਦੇ ਆਪਾਂ ਇਫੈਕਟ ਕੀ ਹੈ, ਕੀ ਪ੍ਰਭਾਵ ਪਾਉਂਦਾ ਹੈ?
ਰੇਟ ਆਫ ਮੈਟਾਬੋਲਿਜ਼ਮ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਰੇਟ ਦੈਟ ਗਲੂਕੋਜ਼ ਇਜ਼ ਯੂਜ਼ਡ ਇਨ ਰੈਸਪੀਰੇਸ਼ਨ, ਸਾਡੇ ਸਰੀਰ ਵਿੱਚ ਗਲੂਕੋਜ਼ ਸਾਹ ਕਿਰਿਆ 'ਚ ਜਿਹੜਾ ਵਰਤਿਆ ਜਾਂਦਾ ਹੈ ਉਹਨੂੰ ਇਹ ਥਾਇਰੋਕਸਿਨ ਇਫੈਕਟ ਕਰਦਾ ਹੈ, ਪ੍ਰਭਾਵਿਤ ਕਰਦਾ ਹੈ। ਠੀਕ ਹੈ, ਥਾਇਰੋਕਸਿਨ ਕਲੀਅਰ ਹੋ ਗਿਆ ਬੇਟੇ। ਚਲੋ ਆਪਾਂ ਹੁਣ ਅਗਲੀ ਗ੍ਰੰਥੀ ਵੱਲ ਚੱਲਦੇ ਹਾਂ। ਬੇਟੇ ਗਰੋਥ ਨੂੰ ਇਹ ਇਸ ਤਰੀਕੇ ਪ੍ਰਮੋਟ ਕਰਦਾ ਵੀ ਸਾਡੇ ਸਰੀਰ ਦੇ ਵਿੱਚ ਜਿਹੜੀ BMR ਹੈ ਨਾ, ਉਹ ਜਦੋਂ ਵੱਧ ਜਾਂਦੀ ਹੈ ਤਾਂ ਸਾਡੇ ਸਰੀਰ ਦੇ ਵਿੱਚ ਯਾਨੀ ਕਿ ਜਿਹੜੀ ਮਤਲਬ ਕਿ ਸਟਰਕਚਰਲ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਜ਼ਿਆਦਾ ਡਿਟੇਲ ਦੇ ਵਿੱਚ ਨਾ ਆਪਾਂ ਹਾਇਰ ਕਲਾਸਿਸ ਦੇ ਵਿੱਚ ਪੜਾਂਗੇ ਬੇਟੇ। ਠੀਕ ਹੈ, ਹੁਣ ਤੁਹਾਨੂੰ ਇੱਥੇ ਮੈਂ ਉਨੀ ਡਿਟੇਲ ਦੇ ਵਿੱਚ ਨਹੀਂ ਦੱਸ ਸਕਦਾ ਇਹਦਾ ਮੈਕੈਨਿਜ਼ਮ। ਸਰ ਹਾਂਜੀ ਬੇਟੇ। ਸਰ ਪਿਚੂਟਰੀ ਗ੍ਰੰਥੀ ਨੂੰ ਬੇਟਾ ਮਾਸਟਰ ਗ੍ਰੰਥੀ ਕਹਿੰਦੇ ਆ ਉਹਨੂੰ, ਤੇ ਪਿਚੂਟਰੀ ਨੂੰ ਕੰਟਰੋਲ ਕਰਨ ਵਾਲੀ ਜਿਹੜੀ ਗ੍ਰੰਥੀ ਹੈਗੀ ਆ ਉਹ ਸਾਡੇ ਦਿਮਾਗ ਦੇ ਵਿੱਚ ਹੁੰਦੀ ਹੈ ਹਾਈਪੋਥੈਲਮਸ। ਉਹ ਗ੍ਰੰਥੀ ਨਹੀਂ, ਉਹ ਦਿਮਾਗ ਦਾ ਇੱਕ ਭਾਗ ਹੈ। ਇਸ ਚੀਜ਼ ਨੂੰ ਜ਼ਰੂਰੀ ਯਾਦ ਰੱਖਣਾ। ਠੀਕ ਹੈ, ਹੁਣ ਥਾਇਰਾਇਡ ਦੇ ਸਾਰੇ ਆਪਾਂ ਫੰਕਸ਼ਨ ਵੇਖਦੇ ਹਾਂ। ਬੇਟੇ ਮਿਊਟ ਰੱਖੋ ਆਪਣੇ ਆਪ, ਬੋਲੋ ਨਾ। ਹੁਣ ਦੇਖੋ ਬੇਟੇ ਵੀ ਆਹ ਥਾਇਰਾਇਡ ਹੈ, ਇਹ ਕਿਹਨੂੰ ਕਿਹਨੂੰ ਕੰਟਰੋਲ ਕਰਦੀ ਹੈ? ਸਾਡੇ ਹਾਰਟ ਫੰਕਸ਼ਨ ਨੂੰ, ਸਾਡੇ ਦਿਲ ਦੀ ਧੜਕਣ ਨੂੰ ਵਧਾਉਂਦੀ ਹੈ ਜਾਂ ਘਟਾਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਸਾਡੀਆਂ ਡਿਜੈਸ਼ਨ ਪਾਚਨ ਪ੍ਰਣਾਲੀ ਨੂੰ, ਦਿਮਾਗ ਦੇ ਵਧਣ ਨੂੰ, ਹੱਡੀਆਂ ਦੇ ਮਜ਼ਬੂਤ ਹੋਣ ਨੂੰ, ਸਾਡੇ ਪੇਸ਼ੀ ਟਿਸ਼ੂਆਂ ਨੂੰ। ਪੈਰਾਥਾਇਰਾਇਡ ਜਿਹੜਾ ਹੈਗਾ ਇਹਦੇ ਵਿੱਚ ਪੈਰਾਥਾਇਰਾਇਡ ਹੁੰਦਾ ਹੈ, ਉਹ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦਾ ਅਨੁਪਾਤ ਬਣਾ ਕੇ ਰੱਖਦਾ ਹੈ, ਮੇਨਟੇਨ ਦਾ ਬੈਲੈਂਸ ਆਫ ਕੈਲਸ਼ੀਅਮ ਐਂਡ ਫਾਸਫੋਰਸ ਇਨ ਆਰ ਬੋਡੀ। ਜਿਹੜੇ ਕਿ ਬੇਟੇ ਤੁਸੀਂ ਸਕਰੀਨ ਨਾਲ ਕਿਉਂ ਪੰਗੇ ਲੈ ਰਹੇ ਹੋ? ਜਿਹੜੇ ਸਾਡੇ ਸਰੀਰ ਦੇ ਵਿੱਚ ਕੀ ਕਰਦੇ ਹੈ, ਹੱਡੀਆਂ ਤੇ ਜੋੜਾਂ ਦੀ ਮਜ਼ਬੂਤੀ ਲਈ, ਦੰਦਾਂ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਤਾਂ ਪੈਰਾਥਾਇਰਾਇਡ ਦੇ ਇਹ ਕੰਮ ਹੈ, ਜਿਹਦੇ ਚੋਂ ਸੋਰੀ ਕੈਲਸੀਟੋਨਿਨ ਇਹਦੇ ਚੋਂ ਹੀ ਨਿਕਲਦਾ ਕੰਮ ਹੈ। ਪੈਰਾਥਾਇਰਾਇਡ ਚੋਂ ਵੀ ਇਹੀ ਕੰਮ ਹੈ। ਯੈਸ ਬੇਟੇ, ਯੈਸ। ਬੇਟੇ ਤੇਰੀ ਆਵਾਜ਼ ਮੈਨੂੰ ਕੁਐਸਚਨ ਸਮਝ ਨਹੀਂ ਲੱਗਿਆ, ਕੱਟ ਹੋ ਕੇ ਆ ਰਹੀ ਹੈ ਆਵਾਜ਼। ਰਿਪੀਟ ਕਰੋ ਬੇਟੇ ਕੁਐਸਚਨ। ਰੇਸ਼ੋ ਬੇਟੇ ਇਹ ਉਮਰ ਤੇ ਸਾਡੀ ਹੈਲਥ ਤੇ ਡਿਪੈਂਡ, ਸਾਡੀ ਸਿਹਤ ਤੇ ਡਿਪੈਂਡ ਕਰਦਾ ਹੈ ਬੇਟੇ। ਠੀਕ ਹੈ, ਉਹ ਰੇਸ਼ੋ ਤੁਹਾਨੂੰ ਮੈਂ ਬਾਅਦ ਦੇ ਵਿੱਚ ਸਾਰਾ ਦੱਸ ਦਿਆਂਗਾ। ਨਵਨੀਤ ਬੋਲ ਰਹੇ ਹੋ ਨਾ ਬੇਟੇ ਆਲਮ ਵਾਲਾ ਤੋਂ, ਉਹ ਤੁਹਾਨੂੰ ਮੈਂ ਸਾਰਾ ਕਲੀਅਰ ਕਰ ਦਿਆਂਗਾ। ਠੀਕ ਹੈ ਬੇਟੇ, ਤੇ ਚਲੋ ਆਪਾਂ ਹੁਣ ਅਗਲੇ ਗ੍ਰੰਥੀ ਬਾਰੇ ਪੜ੍ਹਦੇ ਹਾਂ। ਅਗਲੀ ਗ੍ਰੰਥੀ ਹੈਗੀ ਹੈ ਸਾਡੇ ਸਰੀਰ ਦੇ ਵਿੱਚ ਲੂਬਾ, ਜਿਹਨੂੰ ਪੈਨਕ੍ਰੀਆਜ਼ ਵੀ ਕਹਿੰਦੇ ਆਪਾਂ। ਤਾਂ ਇਹ ਸਾਡੇ ਸਰੀਰ ਦੇ ਵਿੱਚ ਸਾਡੇ ਮਿਹਦੇ ਦੇ ਥੱਲੇ ਇੱਕ ਪੱਤੇ ਵਰਗੀ ਰਚਨਾ ਹੁੰਦੀ ਹੈ। ਤੁਹਾਡੇ ਸਾਹਮਣੇ ਆ ਰਿਹਾ, ਇਹ ਇੱਕ ਪੱਤੇ ਵਰਗੀ ਰਚਨਾ ਹੁੰਦੀ ਹੈ। ਤਾਂ ਬੱਚਿਓ ਇੱਥੇ ਯਾਦ ਰੱਖੋ, ਬਹੁਤ ਸਾਰੇ ਟੀਚਰ ਇਹਨੂੰ ਐਂਡੋਕਰਾਈਨ ਗਲੈਂਡ ਜਾਂ ਬਹੁਤ ਸਾਰੇ ਵੱਡੇ ਬੱਚੇ ਜਿਹੜੇ ਹੈਗੇ ਆ ਐਂਡੋਕਰਾਈਨ ਕਹਿ ਦਿੰਦੇ ਹੈ, ਵੀ ਇਹਨੂੰ ਅੰਦਰ ਸਾਵੀ ਕਹਿ ਦਿੰਦੇ ਹੈ, ਕੁਛ ਇਹਨੂੰ ਬਾਹਰ ਸਾਵੀ ਕਹਿ ਦਿੰਦੇ ਹੈ। ਪਰ ਇਹ ਅੰਦਰ ਤੇ ਬਾਹਰ ਸਾਵੀ ਦੋਵੇਂ ਹੈ। ਯਾਦ ਰੱਖਿਓ, ਜਿਹੜੀ ਸਾਡੇ ਸਰੀਰ ਵਿੱਚ ਲੁਬ ਹੈ, ਆ ਪੱਤੇ ਵਰਗੀ ਰਚਨਾ ਹੈ, ਇਹ ਅੰਦਰ ਤੇ ਬਾਹਰ ਸਾਵੀ ਦੋਵੇਂ ਹੈ। ਇਹਨੂੰ ਹੈਟਰੋਕਰਾਈਨ ਗਲੈਂਡ ਕਿਹਾ ਜਾਂਦਾ ਹੈ, ਕਿਉਂਕਿ ਐਕਸੋਕਰਾਈਨ ਦੇ ਵਿੱਚ ਕੁਝ ਐਂਜ਼ਾਈਮ ਉਤਪੰਨ ਕਰਦੀ ਹੈ ਤੇ ਐਂਡੋਕਰਾਈਨ ਦੇ ਵਿੱਚ ਇਹ ਸਾਡੇ ਸਰੀਰ ਵਿੱਚ ਹਾਰਮੋਨ ਪੈਦਾ ਕਰਦੀ ਹੈ। ਤਾਂ ਇਹ ਹਾਰਮੋਨ ਕਿਵੇਂ ਪੈਦਾ ਕਰਦੀ ਹੈ, ਸਟਰਕਚਰ ਦੀ ਤੁਸੀਂ ਸਾਰਿਆਂ ਨੇ ਸਕਰੀਨਸ਼ਾਟ ਲੈ ਲੈਣਾ ਬੇਟੇ। ਆਪਾਂ ਅਗਲੀ ਡਾਇਗਰਾਮ ਵੱਲ ਚੱਲਦੇ ਹਾਂ। ਤਾਂ ਦੇਖੋ, ਹਾਂਜੀ ਬੇਟੇ। ਹਾਂ ਪੁੱਤ, ਮੈਂ ਤੈਨੂੰ ਸੈਂਡ ਕਰ ਦਿਆਂਗਾ ਹੁਣ। ਠੀਕ ਹੈ, ਤੇ ਬੇਟੇ ਵੇਖੋ, ਜਿਹੜਾ ਐਕਸੋਕਰਾਈਨ ਜਾਂ ਬਾਹਰ ਸਾਵੀ ਹੈ, ਉਹਦੇ ਵਿੱਚ ਕੀ ਕੁਝ ਛੱਡਦੀ ਹੈ? ਪੈਨਕ੍ਰੀਆਟਿਕ ਅਮਾਈਲੇਜ਼, ਜਿਹੜਾ ਸਾਡੇ ਆਂਦਰਾਂ ਦੇ ਵਿੱਚ ਸਟਾਰਚ ਨੂੰ ਪਾਚਨ ਕਰਦਾ ਹੈ।
ये तुहाडा डाइजेस्टिव सिस्टम का पोर्शन करवा रहा हुण मैं। लाइपेज जिहड़ा साडे शरीर दे विच चर्बी का पाचन करदा है, ते प्रोटीएजिज जिहड़े साडे शरीर दे विच प्रोटीन का पाचन करदे है। ये बाहर सावी काम है इहदी, ये एंजाइम पैदा करती है। ते जिहड़े हार्मोन पैदा करती है वो आपां अज 3 पढ़ने हैं। पहला हैगा ग्लूकागोन, दूजा हैगा इंसुलिन, तीजा हैगा समैटोस्टैटिन, ते चौथा हैगा पैनक्रियाटिक पॉलीपेप्टाइड। तो बच्चे आपां सिर्फ आ 2 पढ़ने हैं, आ 2 अपने सिलेबस दे विच हैगे है, ठीक है, ग्लूकागोन ते इंसुलिन। हुण आपां सारिਆਂ ਤੋਂ ਪਹਿਲਾਂ ਜਿਹੜੇ इंसुलिन ਦੇ ਕੰਮ ਵੇਖਦੇ हैं। तो देखो बच्चे हुण इंसुलिन दे की काम हैगे है। इंसुलिन जिहड़ा पैनक्रियाज दे विचों निकलदा है, ये साडे सैलां दे विच ग्लूकोज नूं दाखल होण च मदद करदा है। इत्थे आ पॉइंट ध्यान नाल सुन लो, इट हैल्प्स द ग्लूकोज टू एंटर इनसाइड द सैल। ग्लूकोज नूं साडे सैलां विच दाखल होण दिंदा है। बहुत सारियां किताबां गलत लिखदियां भी पैनक्रियाज ग्लूकोज नूं जमा करदा है साडे शरीर विच। बच्चे ध्यान नाल सुन लो, बहुत सारियां चीज़ां जिहड़ियां ਉਹ ਗਲਤ ਦਿਸਦੀਆਂ ਵੀ ਇਹ ਸਾਡੇ ਸਰੀਰ ਵਿੱਚ ਗਲੂਕੋਜ਼ ਨੂੰ ਜਮ੍ਹਾਂ ਕਰਦਾ ਹੈ, ਪਰ ਇਹ ਸਾਡੇ ਸਰੀਰ ਨੂੰ ਗਲੂਕੋਜ਼ ਨੂੰ ਸਾਡੇ ਸਰੀਰ ਦੇ ਸੈੱਲਾਂ ਵਿੱਚ ਪਹੁੰਚਣ 'ਚ ਮਦਦ ਕਰਦਾ ਹੈ, ਠੀਕ ਹੈ। ਤਾਂ ਹੁਣ ਦੇਖੋ ਬਈ, ਜਿਹੜਾ ਮਤਲਬ ਕਿ ਕਈ ਵਾਰੀ ਕਹਿੰਦੇ ਨਾ ਸ਼ੂਗਰ ਹੋ ਗਈ, ਤੁਸੀਂ ਸੁਣਿਆ ਸ਼ੂਗਰ, ਕਹਿੰਦੇ ਸ਼ੂਗਰ ਹੋ ਗਈ ਜੀ ਫਲਾਣੇ ਬੰਦੇ ਨੂੰ। ਉਹ ਪਤਾ ਕੀ ਹੁੰਦਾ ਉਹਦੇ ਵਿੱਚ, ਜਿਹੜੀ ਪਹਿਲੀ ਗੱਲ ਹੈ ਵੀ ਜਦੋਂ ਇਨਸੂਲਿਨ ਘਟ ਜੇ ਤਾਂ ਸਾਡੇ ਜਿਹੜਾ ਗਲੂਕੋਜ਼ ਹੈ ਉਹ ਖੂਨ 'ਚ ਤੁਰਿਆ ਫਿਰਦਾ ਹੈ। ਜਿਹੜਾ ਗਲੂਕੋਜ਼ ਹੈ ਉਹ ਖੂਨ 'ਚ ਤੁਰਿਆ ਫਿਰਦਾ ਹੈ, ਸੈੱਲਾਂ 'ਚ ਜਾਂਦਾ ਨਹੀਂ। ਤਾਂ ਖੂਨ ਦੇ ਵਿੱਚ ਜ਼ਿਆਦਾ ਗਲੂਕੋਜ਼ ਹੋਣ ਕਰਕੇ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਸਾਡੇ 6 ਵੱਜ ਜੇ ਫਿਰ ਉਹ ਨਹੀਂ ਸਹੀ ਹੁੰਦੀ। ਖੂਨ ਗਾੜਾ ਹੋਣ ਕਰਕੇ ਸਾਨੂੰ ਪਿਆਸ ਜ਼ਿਆਦਾ ਲੱਗਦੀ ਹੈ, ਜ਼ਿਆਦਾ ਪਿਆਸ ਲੱਗਦੀ ਹੈ, ਜ਼ਿਆਦਾ ਬਾਥਰੂਮ ਜਾਂਦੇ ਹੈ। ਸਾਡੇ ਸੈੱਲਾਂ 'ਚ ਊਰਜਾ ਲਈ ਗਲੂਕੋਜ਼ ਪਹੁੰਚ ਨਹੀਂ ਰਿਹਾ ਤੇ ਸਾਨੂੰ ਭੁੱਖ ਲੱਗਦੀ ਰਹਿੰਦੀ ਹੈ। ਬੰਦਾ ਜਿਹਨੂੰ ਸ਼ੂਗਰ ਹੋ ਜਾਏ ਉਹ ਖਾਂਦਾ ਬਹੁਤ ਹੈ। ਕਾਰਨ ਵੀ ਉਹਦੇ ਸੈੱਲਾਂ ਦੇ ਵਿੱਚ ਗਲੂਕੋਜ਼ ਤਾਂ ਪਹੁੰਚਿਆ ਨਹੀਂ, ਖੂਨ 'ਚ ਹੀ ਤੁਰਿਆ ਫਿਰਦਾ ਹੈ। ਤੇ ਸੈੱਲਾਂ ਨੂੰ ਜਦੋਂ ਊਰਜਾ ਦੀ ਕਮੀ ਦੀ ਮਹਿਸੂਸ ਹੁੰਦੀ ਹੈ ਤਾਂ ਸਾਨੂੰ ਭੁੱਖ ਲੱਗ ਜਾਂਦੀ ਹੈ। ਤਾਂ ਇਸ ਕਰਕੇ ਤੁਸੀਂ ਯਾਦ ਰੱਖਣਾ ਹੈ, ਜਿਹੜੀ ਇਨਸੂਲਿਨ ਹੈ ਉਹ ਸਾਡੇ ਸਰੀਰ ਦੇ ਸੈੱਲਾਂ ਵਿੱਚ ਗਲੂਕੋਜ਼ ਨੂੰ ਦਾਖਲ ਹੋਣ ਵਿੱਚ ਮਦਦ ਕਰਦੀ ਹੈ, ਠੀਕ ਹੈ। ਤੁਸੀਂ ਆਹ 2 ਨਹੀਂ ਵੇਖਣੀਆਂ, ਇਹ ਵੱਡੇ ਲੈਵਲ ਤੇ ਹੈ, ਠੀਕ ਹੈ। ਤੁਸੀਂ ਐਸੇ ਡਾਇਗਰਾਮ ਤੇ ਕੰਸਨਟਰੇਟ ਕਰਨਾ ਹੈ। ਤਾਂ ਇਦੋਂ ਬਾਅਦ ਪੁੱਤ ਕੀ ਹੁੰਦਾ, ਦੂਜਾ ਹੈਗਾ, ਤਾਂ ਦੂਜੇ ਦੀ ਆਪਾਂ ਗੱਲ ਕੀਤੀ ਸੀ, ਦੈਟ ਇਜ਼ ਗਲੂਕਾਗੋਨ। ਦੂਜਾ ਹਾਰਮੋਨ ਹੈ ਗਲੂਕਾਗੋਨ। ਗਲੂਕਾਗੋਨ ਕੀ ਕਰਦਾ ਹੈ ਵੀ ਸਾਡੇ ਸਰੀਰ ਵਿੱਚ ਕਈ ਥਾਵਾਂ ਤੇ ਗਲੂਕੋਜ਼ ਗਲਾਈਕੋਜਨ ਦੀ ਫਾਰਮ ਦੇ ਵਿੱਚ, ਗਲਾਈਕੋਜਨ ਦੇ ਰੂਪ ਵਿੱਚ ਜਮ੍ਹਾਂ ਹੋ ਜਾਂਦਾ ਹੈ। ਕਿੱਥੇ ਹੋ ਜਾਂਦਾ ਹੈ? ਜਾਂ ਤਾਂ ਸਾਡੇ ਜਿਗਰ ਦੇ ਵਿੱਚ ਹੋ ਜਾਂਦਾ ਹੈ, ਠੀਕ ਹੈ, ਜਾਂ ਪੇਸ਼ੀ ਟਿਸ਼ੂ ਦੇ ਵਿੱਚ ਹੋ ਜਾਂਦਾ ਹੈ। ਇੱਥੇ ਜਿਹੜਾ ਹੈਗਾ ਗਲੂਕੋਜ਼ ਗਲਾਈਕੋਜਨ ਦੀ ਫਾਰਮ 'ਚ ਜਮ੍ਹਾਂ ਹੋ ਜਾਂਦਾ ਹੈ। ਜਦੋਂ ਤੁਸੀਂ ਖਾਣਾ ਨਹੀਂ ਖਾਂਦੇ, ਬੇਟੇ ਲਾਈਨਾਂ ਨਾ ਮਾਰੋ ਕਿਰਨਦੀਪ ਕੌਰ, ਤਾਂ ਉਦੋਂ ਗਲੂਕਾਗੋਨ ਗਲਾਈਕੋਜਨ ਨੂੰ ਤੋੜ ਕੇ ਸਾਡੇ ਸਰੀਰ ਨੂੰ ਗਲੂਕੋਜ਼ ਪ੍ਰੋਵਾਈਡ ਕਰਦਾ ਹੈ। ਸੋ ਬੱਚੇ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ। ਗਲੂਕਾਗੋਨ ਕੀ ਕਰਦਾ ਹੈ? ਸਾਡੇ ਸਰੀਰ ਨੂੰ ਗਲੂਕੋਜ਼ ਪ੍ਰੋਵਾਈਡ ਕਰਦਾ ਹੈ, ਜਿਹੜਾ ਸਾਡੇ ਸਰੀਰ ਵਿੱਚ ਜਮ੍ਹਾਂ ਹੋਇਆ ਹੈ ਉਹਨੂੰ ਖੂਨ ਦੇ ਵਿੱਚ ਕੱਢਦਾ ਹੈ, ਠੀਕ ਹੈ। ਤੇ ਗਲੂਕਾਗੋਨ ਦਾ ਤੁਸੀਂ ਕੰਮ ਨੋਟ ਹੁਣ ਕਰ ਲਿਆ ਹੋਣਾ। ਤਾਂ ਆਓ ਅਗਲੇ ਗਲੈਂਡ ਬਾਰੇ ਚੱਲੀਏ ਆਪਾਂ। ਇਹ ਬੜਾ ਹੀ ਇੰਟਰਸਟਿੰਗ ਜਿਹਾ ਗਲੈਂਡ ਹੈ ਬਈ। ਇਹ ਨਾ ਸਾਡੇ ਗੁਰਦੇ ਦੇ ਉੱਤੇ ਹੁੰਦਾ ਹੈ। ਆ ਸਾਡੇ ਗੁਰਦਾ ਦਿਖਦਾ ਪਿਆ ਹੋਣਾ ਤੁਹਾਨੂੰ, ਉਹਦੇ ਉੱਤੇ ਹੁੰਦਾ ਹੈ, ਜਿਵੇਂ ਗੁਰਦੇ ਨੇ ਟੋਪੀ ਲਈ ਹੋਵੇ। ਮੇਰੇ ਕੋਲ ਰੈਟ ਦੇ ਵਿੱਚ ਤੁਹਾਨੂੰ ਮੈਂ ਵਿਖਾਵਾਂਗਾ, ਤਾਂ ਰੈਟ ਦੇ ਵਿੱਚ ਤੁਹਾਨੂੰ ਕਲੀਅਰ ਕੱਟ ਕਿਡਨੀ ਦੇ ਉੱਪਰ ਦਿਖ ਜੂਗਾ। ਤਾਂ ਇਹਨੂੰ ਕਹਿੰਦੇ ਆ ਐਡਰੀਨਲ ਗਲੈਂਡ। ਐਡ ਦਾ ਮਤਲਬ ਉੱਪਰ, ਰੀਨਲ ਸਾਡਾ ਕਿਡਨੀ ਹੁੰਦੀ ਹੈ, ਜਿਹੜਾ ਕਿਡਨੀ ਦੇ ਉੱਪਰ ਹੋਵੇ ਉਹਨੂੰ ਕਹਿੰਦੇ ਆ ਐਡਰੀਨਲ ਗਲੈਂਡ। ਇਹਦੇ ਚੋਂ ਆਪਾਂ ਇੱਕ ਹੀ ਹਾਰਮੋਨ ਪੜ੍ਹਨਾ ਹੈ ਜਿਹੜਾ ਆਪਣੇ ਸਿਲੇਬਸ ਦੇ ਵਿੱਚ ਹੈ, ਦੈਟਸ ਐਡਰੀਨਾਲਿਨ, ਐਮਰਜੈਂਸੀ ਹਾਰਮੋਨ। ਇਹਨੂੰ ਫਾਈਟ ਔਰ ਫਲਾਈਟ ਹਾਰਮੋਨ ਕਹਿੰਦੇ ਆ। ਫਾਈਟ ਔਰ ਫਲਾਈਟ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ, ਲੜੋ ਜਾਂ ਉੱਡ ਜਾਓ। ਤਾਂ ਇਹ ਕਦੋਂ ਨਿਕਲਦਾ ਹੈ? ਜਦੋਂ ਅਸੀਂ ਐਮਰਜੈਂਸੀ ਹਾਲਤਾਂ ਦੇ ਵਿੱਚ ਹੁੰਨੇ ਆ। ਜਦੋਂ ਅਸੀਂ ਕਿੱਥੇ ਹੁੰਨੇ ਆ? ਐਮਰਜੈਂਸੀ ਹਾਲਤਾਂ ਦੇ ਵਿੱਚ। ਤਾਂ ਐਮਰਜੈਂਸੀ ਕਦੋਂ? ਤੁਸੀਂ ਕਦੇ ਸੋਚ ਕੇ ਵੇਖੋ ਵੀ ਤੁਸੀਂ ਡਰ ਜਾਓ
ਮੰਨ ਲਓ ਵੀ ਕੋਈ ਬੱਚਾ ਰਾਤ ਨੂੰ ਇਕੱਲਾ ਤੁਰਿਆ ਜਾਂਦਾ ਹੈ ਤੇ ਉਹਦੇ ਮਗਰ ਕੁੱਤੇ ਪੈ ਜਾਂਦੇ ਹੈ, ਭਾਵੇਂ ਜ਼ਿੰਦਗੀ 'ਚ ਕਦੇ ਨਾ ਭੱਜਿਆ ਹੋਵੇ, ਪਰ ਉਦੋਂ ਉਹ ਇੰਨਾ ਤੇਜ਼ ਭੱਜੂਗਾ ਵੀ ਉਹਨੂੰ ਐਂ ਲੱਗੂ ਮੈਂ ਇੰਨਾ ਭੱਜਿਆ ਆ। ਠੀਕ ਹੈ। ਜਾਂ ਜਦੋਂ ਕਈ ਵਾਰੀ ਸਾਨੂੰ ਗੁੱਸਾ ਆ ਜਾਂਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੀ ਕਰੀ ਜਾਂਦੇ ਹਾਂ। ਜਦੋਂ ਮੰਨ ਲਓ ਮੁੰਡੇ ਲੜ ਪੈਂਦੇ ਹੈ ਤੇ ਜਦੋਂ ਗੁੱਸਾ ਆਇਆ ਹੁੰਦਾ ਉਦੋਂ ਤਾਂ ਘਸੁੰਨ ਮੁੱਕੀ ਹੋ ਜਾਂਦੇ ਆ, ਇੱਕ ਦੂਜੇ ਦੇ ਦੱਬੀ ਤੁਰੇ ਆਉਂਦੇ ਆ। 15 ਕੁ ਮਿੰਟ ਬਾਅਦ ਪਤਾ ਲੱਗਦਾ ਵੀ ਆਹ ਗੱਲ ਦੁਖੀ ਜਾਂਦੀ ਹੈ, ਆਹ ਮੋਢਾ ਦੁਖੀ ਜਾਂਦਾ ਹੈ, ਆਹ ਗੁੱਟ ਵੀ ਦੁਖੀ ਜਾਂਦਾ ਹੈ, ਇੱਥੇ ਵੀ ਕੁੱਟ ਗਿਆ। ਠੀਕ ਹੈ। ਤਾਂ ਉਹਦਾ ਕਾਰਨ ਕੀ ਹੈ, ਜਦੋਂ ਅਸੀਂ ਐਮਰਜੈਂਸੀ ਕੰਡੀਸ਼ਨ 'ਚ ਹੁੰਦੇ ਹਾਂ, ਸਾਨੂੰ ਗੁੱਸਾ ਲੈਂਦਾ, ਸਾਨੂੰ ਡਰ ਲੱਗਦਾ, ਸਾਨੂੰ ਕਰੰਟ ਲੱਗ ਜਾਂਦਾ, ਅਸੀਂ ਬਹੁਤ ਜ਼ਿਆਦਾ ਖੁਸ਼ ਹੁੰਦੇ ਹਾਂ ਜਾਂ ਬਹੁਤ ਜ਼ਿਆਦਾ ਦੁਖੀ ਹੁੰਦੇ ਹਾਂ, ਉਦੋਂ ਇਹ ਹਾਰਮੋਨ ਨਿਕਲਦਾ ਹੈ। ਤੇ ਇਹ ਕੀ ਕਰਦਾ ਹੈ, ਇਹ ਸਾਡੀ ਚਮੜੀ ਤੋਂ ਖੂਨ ਦੀ ਸਪਲਾਈ ਘਟਾ ਦਿੰਦਾ ਹੈ, ਦਿਮਾਗ ਨੂੰ ਘਟਾ ਦਿੰਦਾ ਹੈ, ਸਾਡੇ ਪੇਸ਼ੀ ਟਿਸ਼ੂ, ਸਾਡੇ ਫੇਫੜਿਆਂ ਨੂੰ ਤੇ ਸਾਡੇ ਗੁਰਦਿਆਂ ਨੂੰ ਵਧਾ ਦਿੰਦਾ ਹੈ। ਤੇ ਉਹਦੇ ਨਾਲ ਕੀ ਹੁੰਦਾ, ਬੰਦੇ ਦੀ ਸੋਚਣ ਸਮਝਣ ਦੀ ਸ਼ਕਤੀ ਘਟ ਜਾਂਦੀ ਹੈ ਤੇ ਕੁਇਕ ਐਕਸ਼ਨ ਲੈਂਦਾ ਹੈ, ਜਾਂ ਤਾਂ ਡਰ ਕੇ ਭੱਜ ਲੈਂਦਾ ਹੈ ਤੇ ਜਾਂ ਲੜਨਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ। ਤਾਂ ਇਸ ਕਰਕੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਕੰਮ ਕਰਦਾ। ਤੁਸੀਂ ਵੇਖਿਆ ਹੋਣਾ, ਜੇ ਕਿਸੇ ਬੰਦੇ ਦੀ ਲੜਾਈ ਹੋ ਜੇ ਤਾਂ ਉਹਨੂੰ ਨਾ ਪੀੜ 5-7 ਮਿੰਟ ਬਾਅਦ ਹੁੰਦੀ ਹੈ। ਠੀਕ ਹੈ। ਬਾਅਦ 'ਚ ਪਤਾ ਲੱਗਦਾ ਵੀ ਮੇਰੇ ਇੱਥੇ ਵੱਜੀ, ਇੱਥੇ ਵੱਜੀ। ਠੀਕ ਹੈ। ਜਾਂ ਹਾਂਜੀ ਪੜ੍ਹਾਈ ਸੋਰੀ ਬੇਟੇ, ਮੈਂ ਕੁਛ ਦੇਰ ਵਾਸਤੇ ਕੰਮ 'ਚ ਸੀ। ਤਾਂ ਇਹ ਕੀ ਹੈ, ਸਾਡੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਸਾਡੇ ਨਾਲ ਸਾਡੀ ਸਹਾਇਤਾ ਕਰਦਾ ਹੈ। ਠੀਕ ਹੈ। ਤਾਂ ਚਲੋ ਆ ਜਾਓ, ਹੁਣ ਆ ਜਾਈਏ ਆਪਾਂ ਅਗਲੇ ਗ੍ਰੰਥੀਆਂ ਤੇ। ਤਾਂ ਇਹ ਹੈਗੀਆਂ ਅਰਸ਼ਦੀਪ ਬੇਟੇ, ਮਿਊਟ ਕਰੋ ਆਪਣੇ ਆਪ ਨੂੰ। ਠੀਕ ਹੈ ਬੇਟੇ, ਹੁਣ ਆਵਾਜ਼ ਚਲੋ ਓਕੇ। ਤੁਸੀਂ ਆਪਣੇ ਉਹ ਪੁੱਤ ਐਡਰੀਨਾਲਿਨ ਦਾ ਜਦੋਂ ਇਫੈਕਟ ਖਤਮ ਹੁੰਦਾ ਹੈ ਨਾ, ਉਦੋਂ ਉਹਨਾਂ ਅੰਗਾਂ ਨੂੰ ਖੂਨ ਦੀ ਸਪਲਾਈ ਦੁਆਰਾ ਚਾਲੂ ਹੁੰਦੀ ਹੈ। ਠੀਕ ਹੈ। ਤਾਂ ਇਸ ਕਰਕੇ ਕੁਛ ਦੇਰ ਬਾਅਦ ਸਾਨੂੰ ਪਤਾ ਲੱਗਦਾ। ਕਈ ਵਾਰੀ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਹੋਣਾ, ਕੋਈ ਬੱਚਾ ਡਿੱਗ ਪੈਂਦਾ ਹੈ ਤਾਂ ਜਦੋਂ ਵਾਹਵਾ ਜ਼ੋਰ ਤੇ ਡਿੱਗਦਾ, ਕਹਿੰਦੇ ਵੀ ਹਾਲੇ ਨਹੀਂ ਪਤਾ ਲੱਗਦਾ, ਗਰਮ ਖੂਨ ਹੈ, ਥੋੜੀ ਦੇਰ ਬਾਅਦ ਪਤਾ ਲੱਗੂ, ਕਹਿੰਦੀ ਹੈ ਨਾ। ਤਾਂ ਉਹ ਇਸੇ ਕਰਕੇ ਕਹਿੰਦੇ ਹੈ ਵੀ ਜਦੋਂ ਐਡਰੀਨਾਲਿਨ ਦਾ ਇਫੈਕਟ ਘਟਦਾ ਹੈ ਤਾਂ ਉਸ ਟਾਈਮ ਸਾਡੇ ਦਰਦ ਹੋਣੀ ਸ਼ੁਰੂ ਹੁੰਦੀ ਹੈ, ਕਿਉਂਕਿ ਉਸ ਟਾਈਮ ਸਾਡੀ ਬੋਡੀ ਨੂੰ ਉਹਨੇ ਐਮਰਜੈਂਸੀ ਕੰਡੀਸ਼ਨਸ ਦੇ ਵਿੱਚ ਰੱਖਿਆ ਹੋਇਆ ਹੈ। ਠੀਕ ਹੈ। ਤਾਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਗੋਨੇਡਸ ਦੀ। ਆ ਬੱਚੇ ਬਹੁਤ ਲੇਟ ਪਾਰਟਿਸਿਪੇਟ ਕਰਦੇ ਪਏ ਹੈ। ਬੱਚੇ ਤੁਸੀਂ ਜਲਦੀ ਆ ਜਾਇਆ ਕਰੋ। ਚਲੋ ਤਾਂ ਬੇਟੇ ਆ ਹੈਗੇ ਹੈ ਸਾਡੇ ਸਰੀਰ ਦੇ ਵਿੱਚ, ਮਾਦਾ ਸਰੀਰ ਦੇ ਵਿੱਚ ਅੰਡਕੋਸ਼। ਠੀਕ ਹੈ। ਤੇ ਆ ਨਰ ਦੇ ਸਰੀਰ ਦੇ ਵਿੱਚ ਪਤਾਲੂ ਹੈ। ਪ੍ਰਜਨਨ ਪ੍ਰਣਾਲੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜਾ ਕੇ ਪੜਾਂਗੇ। ਤਾਂ ਇਹਦੇ ਵਿੱਚੋਂ ਦੋ ਹਾਰਮੋਨ ਨਿਕਲਦੇ ਆ, ਪ੍ਰੋਜੈਸਟੀਰੋਨ ਤੇ ਐਸਟ੍ਰੋਜਨ, ਜਿਹੜੇ ਮਾਦਾ ਦੇ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਦੇ ਵਿੱਚ ਹੈਲਪ ਕਰਦੇ ਹੈ, ਮਦਦ ਕਰਦੇ ਹੈ। ਤੇ ਨਰ ਦੇ ਸਰੀਰ ਵਿੱਚ ਇਹ ਪਤਾਲੂ ਹੈ, ਇਹਦੇ ਵਿੱਚੋਂ ਨਿਕਲਦਾ ਹੈ ਟੈਸਟੋਸਟੀਰੋਨ, ਜਿਹੜਾ ਸਾਡੇ ਸਰੀਰ ਦੇ ਵਿੱਚ ਜਿਹੜੇ ਨਰ ਦੇ ਜਾਂ ਮੁੰਡਿਆਂ ਦੇ ਸਰੀਰ ਵਿੱਚ ਬਦਲਾਅ ਆਉਂਦੇ ਹੈ, ਉਹ ਇਹਦੇ ਵਿੱਚੋਂ ਟੈਸਟੋਸਟੀਰੋਨ ਨਿਕਲਣ ਕਰਕੇ ਆਉਂਦੇ ਹੈ। ਠੀਕ ਹੈ। ਤਾਂ ਹੁਣ ਇਹਨਾਂ ਦੇ ਇਫੈਕਟ ਕੀ ਹੈ, ਜੇ ਤਾਂ ਬੋਡੀ ਦੇ ਵਿੱਚ ਟੈਸਟੋਸਟੀਰੋਨ ਦੀ ਮਾਤਰਾ ਹੈ ਜਿਹੜੀ, ਉਹ ਫਿਕਸ ਰਹਿਣੀ ਚਾਹੀਦੀ ਹੈ। ਠੀਕ ਹੈ। ਤੇ ਜੇ ਵੱਧ ਨਿਕਲਦੀ ਹੈ ਤਾਂ ਤੁਸੀਂ ਵੇਖਿਆ ਹੋਣਾ, ਕਈ ਸ਼ਰਾਰਤੀ ਬੱਚੇ ਆ ਉਹ ਚੌਂਕ 'ਚ ਗਲਤ ਕੰਮਾਂ ਕਰਕੇ ਮਾਰ ਖਾਂਦੇ ਹੈ। ਤਾਂ ਕਾਹਤੋਂ ਮਾਰ ਖਾਂਦੇ ਆ, ਉਹਦੇ ਵਿੱਚ ਉਹਨਾਂ ਦਾ ਕਸੂਰ ਨਹੀਂ, ਉਹਨਾਂ ਦੇ ਸਰੀਰ ਵਿੱਚ ਜਿਹੜਾ ਪਤਾਲੂ ਰਾਹੀਂ ਟੈਸਟੋਸਟੀਰੋਨ ਨਿਕਲਦਾ ਹੈ ਨਾ, ਉਹ ਉਹਨਾਂ ਨੂੰ ਕੁੱਟ ਪਵਾਉਂਦਾ ਹੈ, ਤਾਂ ਉਹ ਮਤਲਬ ਕਿ ਮਾੜੀਆਂ ਹਰਕਤਾਂ ਕਰਦੇ ਹੈ। ਤਾਂ ਆਓ ਹੁਣ ਆਪਾਂ ਸਾਰਾ ਇੱਕ ਵਾਰੀ, ਆਪਣੇ ਕੋਲ ਟਾਈਮ ਬਹੁਤ ਥੋੜਾ ਰਹਿ ਗਿਆ, ਸਾਰੇ ਗਲੈਂਡਸ ਨੂੰ ਆਪਾਂ ਇੱਕ ਵਾਰੀ ਵੇਖ ਲਈਏ। ਠੀਕ ਹੈ। ਇਹ ਮੈਂ ਤੁਹਾਨੂੰ ਪਿਕਚਰਸ ਸਾਰੀਆਂ ਗਰੁੱਪ ਦੇ ਵਿੱਚ ਹੁਣੇ ਪਾ ਦਿਆਂਗਾ। ਪਹਿਲਾ ਪਿਊਸ਼ ਗ੍ਰੰਥੀ ਸੀ, ਪਿਚੁਟਰੀ, ਮੇਨ ਹਾਰਮੋਨ ਇਹ 'ਚੋਂ ਗਰੋਥ ਹਾਰਮੋਨ ਨਿਕਲਦਾ ਪਿਆ ਹੈ ਜਿਹੜਾ ਤੁਹਾਡੇ ਲੈਵਲ ਤੇ ਹੈ, ਇਹ ਸਾਡੇ ਵਾਧੇ ਨੂੰ ਕੰਟਰੋਲ ਕਰਦਾ ਹੈ। ਥਾਇਰਾਇਡ, ਥਾਇਰਾਇਡ ਦੇ ਵਿੱਚੋਂ ਸਾਡੇ ਥਾਇਰੋਕਸਿਨ ਨਿਕਲਦਾ ਹੈ। ਠੀਕ ਹੈ। ਜਿਹੜਾ ਸਾਡੇ ਗਲੇ ਦੇ ਵਿੱਚ ਹੁੰਦਾ ਹੈ, ਇਹ ਸਾਡੇ ਸਰੀਰ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਕੰਟਰੋਲ ਕਰਦਾ ਹੈ। ਪੈਰਾਥਾਇਰਾਇਡ, ਜਿਵੇਂ ਤੁਹਾਨੂੰ ਦੱਸਿਆ, ਇਹਦੇ ਉੱਪਰ 4 ਡਾਟ ਬਣੇ ਹੋਏ ਦਿਖਦੇ ਪਏ, ਇਹ ਪੈਰਾਥਾਇਰਾਇਡ ਹੈ। ਇਹ ਕੈਲਸ਼ੀਅਮ ਤੇ ਫਾਸਫੋਰਸ, ਇੱਥੇ ਪੈਨ ਨਾਲ ਫਾਸਫੋਰਸ ਵੀ ਲਿਖ ਲਿਆ ਜੇ, ਦੋਵਾਂ ਨੂੰ ਕੰਟਰੋਲ ਕਰਦਾ ਹੈ। ਐਡਰੀਨਲ ਹੈ ਬਈ, ਇਹ 'ਚੋਂ ਐਡਰੀਨਾਲਿਨ ਨਿਕਲਦਾ ਹੈ, ਇਹ ਐਮਰਜੈਂਸੀ
ਹਾਲਤਾਂ ਦੇ ਵਿੱਚ ਸਾਡੇ ਕੰਮ ਆਉਂਦਾ ਹੈ। ਪੈਨਕ੍ਰੀਆਜ਼ ਇਹ 'ਚੋਂ ਦੋ ਨਿਕਲਦੇ ਹੈ, ਇੰਸੂਲਿਨ ਤੇ ਗਲੂਕਾਗੋਨ, ਇਹ ਗਲੂਕੋਜ਼ ਲੈਵਲ ਨੂੰ ਕੰਟਰੋਲ ਕਰਦੇ ਹੈ। ਟੈਸਟਿਸ ਇਹ 'ਚੋਂ ਨਿਕਲਦਾ ਟੈਸਟੋਸਟੀਰੋਨ, ਇਹ ਗਰੋਥ ਐਂਡ ਡਿਵੈਲਪਮੈਂਟ ਆਫ ਮੇਲ ਰਿਪਰੋਡਕਟਿਵ ਸਿਸਟਮ ਨਰ ਜਨਨ ਪ੍ਰਣਾਲੀ ਲਈ ਬਹੁਤ ਜ਼ਰੂਰੀ ਹੈ। ਓਵਰੀਜ਼ ਅੰਡਕੋਸ਼ ਇਹ 'ਚੋਂ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਨਿਕਲਦਾ ਹੈ, ਇਹ ਡਿਵੈਲਪਮੈਂਟ ਆਫ ਫੀਮੇਲ ਰਿਪਰੋਡਕਟਿਵ ਸਿਸਟਮ, ਮਾਦਾ ਸਰੀਰ ਦੇ ਵਿੱਚ ਇਹ ਜੋ ਜਨਨ ਅੰਗਾਂ ਦੇ ਵਿਕਾਸ ਲਈ ਜ਼ਰੂਰੀ ਹੈ। ਤਾਂ ਹੁਣ ਇੱਕ ਟੇਬਲ ਹੋਰ, ਆਪਣੀ ਮੀਟਿੰਗ ਓਵਰ ਹੋਣ ਜਾ ਰਹੀ ਹੈ, ਆਪਣੇ ਕੋਲ ਸਿਰਫ 1 ਮਿੰਟ ਰਹਿ ਗਿਆ, 1.5। ਤਾਂ ਬੇਟੇ ਆਹ ਵੇਖੋ ਅੱਛਾ, ਇੱਕ ਗਲੈਂਡ ਤੁਹਾਨੂੰ ਦੱਸਣਾ ਰਹਿ ਗਿਆ, ਕੱਲ ਵੀ ਦੱਸਿਆ ਸੀ, ਪੀਨੀਅਲ ਦੇ ਵਿੱਚੋਂ ਮੈਲਾਟੋਨਿਨ ਨਿਕਲਦਾ ਬੇਟੇ, ਯਾਦ ਰੱਖਿਓ ਪੀਨੀਅਲ ਚੋਂ ਕਿਹੜਾ ਨਿਕਲਦਾ ਹੈ, ਮੈਲਾਟੋਨਿਨ। ਕੰਟਰੋਲ ਦਾ ਸਲੀਪ ਐਂਡ ਵੇਕ ਸਾਈਕਲ, ਸਾਡੇ ਸੌਣ ਤੇ ਉੱਠਣ ਦਾ ਜਿਹੜਾ ਟਾਈਮ ਫਿਕਸ ਹੈ ਨਾ, ਜਾਂ ਸਾਡੀਆਂ ਜਿਹੜੀਆਂ ਰੂਟੀਨ ਦੀਆਂ ਐਕਟੀਵਿਟੀਜ਼ ਹੈ, ਉਹ ਪੀਨੀਅਲ ਗਲੈਂਡ ਕੰਟਰੋਲ ਕਰਦਾ ਹੈ। ਉਹ ਕਿਹਦੇ ਦੁਆਰਾ ਕੰਟਰੋਲ ਹੁੰਦੀਆਂ, ਪੀਨੀਅਲ ਗਲੈਂਡ ਦੁਆਰਾ। ਤੇ ਇਸ ਚੀਜ਼ ਨੂੰ ਤੁਸੀਂ ਦਿਮਾਗ ਦੇ ਵਿੱਚ ਰੱਖਣਾ ਹੈ। ਤਾਂ ਹੁਣ ਬੱਚੇ ਤਾਂ ਬਈ ਹੁਣ ਆਪਾਂ ਕੁਝ ਗੱਲਾਂ ਕਰ ਲਈਏ, ਆਪਣੇ ਕੋਲ ਜਿੰਨਾ ਕੁ ਟਾਈਮ ਹੈਗਾ। ਤਾਂ ਬੇਟੇ ਤੁਸੀਂ ਸਾਰੇ ਬੱਚਿਆਂ ਨੇ ਇੱਕ ਤਾਂ ਵੈਲ ਇਨ ਟਾਈਮ, ਆਹ ਵੇਖੋ 3 ਬੱਚੇ ਹੁਣ ਜੁਆਇਨ ਕਰ ਰਹੇ ਹੈ, ਰੋਹਿਤ, ਅਰਸ਼ਵੀਰ ਤੇ ਨਵਨੀਤ ਕੌਰ। ਤੇ ਜਦੋਂ ਆਪਣੇ ਕਲਾਸ ਖਤਮ ਹੋ ਰਹੀ ਹੈ ਬੇਟੇ, ਤਾਂ ਤੁਸੀਂ ਉਦੋਂ ਜੁਆਇਨ ਕਰਦੇ ਪਏ ਹੋ, ਠੀਕ ਹੈ। ਰੋਹਿਤ ਕੁਮਾਰ ਮਲਹੋਤਰਾ ਜੁਆਇਨ ਕਰ ਰਿਹਾ ਹੈ। ਯੈਸ ਬੇਟੇ, ਯੈਸ ਬੇਟਾ, ਹਾਂਜੀ ਬੇਟੇ। ਵਿਸ਼ਵਜੀਤ ਕੋਟ ਭਾਈ ਤੋਂ, ਹਾਂਜੀ ਹਾਂ ਬੇਟੇ ਬਿਲਕੁਲ, ਹਾਂ ਕੋਈ ਗੱਲ ਨਹੀਂ ਬੇਟੇ, ਜਿੰਨੀ ਵਾਰੀ ਮਰਜ਼ੀ ਪੁੱਤਰ। ਜਿਹੜਾ ਇੰਸੂਲਿਨ ਹੈ ਨਾ, ਧਿਆਨ ਨਾਲ ਸੁਣਿਓ, ਇੰਸੂਲਿਨ ਕੀ ਕਰਦਾ ਹੈ, ਸਾਡੇ ਸਰੀਰ ਦੇ ਵਿੱਚ ਜਿਹੜਾ ਖੂਨ ਦੇ ਵਿੱਚ ਗਲੂਕੋਜ਼ ਹੁੰਦਾ ਹੈ, ਉਹਨਾਂ ਨੂੰ ਸਾਡੇ ਸੈੱਲਾਂ ਵਿੱਚ ਦਾਖਲ ਕਰਾਉਂਦਾ ਹੈ, ਠੀਕ ਹੈ। ਸਾਡੇ ਖੂਨ ਦੇ ਵਿੱਚ ਜਿਹੜਾ ਗਲੂਕੋਜ਼ ਹੁੰਦਾ ਹੈ, ਉਹ ਸਾਡੇ ਸੈੱਲਾਂ ਦੇ ਵਿੱਚ ਦਾਖਲ ਕਰਾਉਣ ਲਈ ਕਿਹੜਾ ਹਾਰਮੋਨ ਹੁੰਦਾ ਹੈ, ਇੰਸੂਲਿਨ, ਠੀਕ ਹੈ। ਬਹੁਤ ਸਾਰੀਆਂ ਕਿਤਾਬਾਂ 'ਚ ਲਿਖਿਆ ਵੀ ਇੰਸੂਲਿਨ ਜਿਹੜਾ ਹੈਗਾ ਉਹ ਸਾਡੇ ਸਰੀਰ ਦੇ ਵਿੱਚ ਗਲੂਕੋਜ਼ ਨੂੰ ਜਮ੍ਹਾਂ ਕਰਦਾ ਹੈ ਜਾਂ ਗਲੂਕੋਜ਼ ਨੂੰ ਗਲਾਈਕੋਜਨ 'ਚ ਬਦਲਦਾ ਹੈ। ਇਹ ਚੀਜ਼ ਗਲਤ ਹੈ ਬੇਟੇ, ਯਾਦ ਰੱਖ ਲਓ, ਇਹ ਸਿਰਫ ਸੈੱਲਾਂ ਵਿੱਚ ਦਾਖਲ ਹੋਣ ਦੇ ਵਿੱਚ ਹੈਲਪ ਕਰਦਾ ਹੈ, ਠੀਕ ਹੈ। ਇੱਕ ਬੇਟੇ ਹੋਰ ਗਲਤੀ ਸੀਗੀ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ। ਆਪਾਂ ਪਿਚੂਟਰੀ ਵੇਖੀ ਸੀ ਨਾ, ਮੈਂ ਤੁਹਾਨੂੰ ਕਿਹਾ ਸੀ ਲਾਸਟ 'ਚ ਦੱਸਾਂਗਾ। ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਵੀ ਸਾਡੀ ਜਿਹੜੀ ਮੱਧ ਪਿਚੂਟਰੀ ਹੈ, ਮੈਂ ਤੁਹਾਨੂੰ ਅਗਲੀ ਤੇ ਪਿਛਲੀ ਪੜ੍ਹਾਈ ਹੈ, ਮੱਧ ਨਹੀਂ ਪੜ੍ਹਾਈ, ਤਾਂ ਮੱਧ ਦੇ ਵਿੱਚੋਂ ਸਾਡੇ ਸਕਿਨ ਕਲਰ ਕੰਟਰੋਲ ਹੁੰਦਾ ਹੈ। ਤੁਹਾਡੀ ਬੁੱਕ ਦੇ ਵਿੱਚ ਲਿਖਿਆ ਹੋਇਆ ਹੈ, ਉਹ ਪੁਆਇੰਟ ਬੇਟੇ ਗਲਤ ਹੈ। ਸਾਡੇ ਚਮੜੀ ਦਾ ਜਿਹੜਾ ਰੰਗ ਹੈ ਉਹ ਪਿਚੂਟਰੀ ਕੰਟਰੋਲ ਨਹੀਂ ਕਰਦੀ। ਇਹ ਚੀਜ਼ ਤੁਸੀਂ ਆਪਦੀ ਬੁੱਕ ਦੇ ਵਿੱਚ ਵੀ ਕੱਟ ਕਰ ਲੈਣੀ ਹੈ। ਆਪਣੀ ਬੁੱਕ ਦੇ ਵਿੱਚ ਕਈ ਗਲਤੀਆਂ ਹੈਗੀਆਂ, ਤੁਸੀਂ ਉਹਨਾਂ ਨੂੰ ਕੱਟ ਕਰ ਲਿਆ ਕਰੋ। ਤੇ ਇੱਥੇ ਯਾਦ ਰੱਖਿਓ, ਮੀਡੀਅਨ ਪਿਚੂਟਰੀ ਜਿਹੜੀ ਹੈ ਉਹ ਸਾਡੇ ਸਰੀਰ ਦੇ ਵਿੱਚ ਸਾਡੇ ਰੰਗ ਨੂੰ ਕੰਟਰੋਲ ਨਹੀਂ ਕਰਦੀ। ਹਾਂਜੀ ਬੇਟੇ, ਇੱਕ ਬੱਚਾ ਕੁਐਸਚਨ ਪੁੱਛ ਰਿਹਾ ਸੀ। ਪਹਿਲਾਂ ਪੁੱਛ ਲਵੇ ਕਿਆ ਬੇਟੇ, ਬੇਟਾ ਜਦੋਂ ਸ਼ੂਗਰ ਹੁੰਦੀ ਹੈ ਇੰਸੂਲਿਨ ਲੈਵਲ ਘਟ ਜਾਂਦਾ ਹੈ ਸਰੀਰ ਦੇ ਵਿੱਚ। ਇਹ ਦੋ ਤਰ੍ਹਾਂ ਦੀ ਹੁੰਦੀ ਹੈ ਬੱਚੇ, ਮੈਂ ਤੁਹਾਨੂੰ ਇੱਕ ਲੇਮੈਨ ਲੈਂਗੁਏਜ ਯਾਨੀ ਕਿ ਅਨਪੜ੍ਹ ਬੰਦੇ ਦੀ ਭਾਸ਼ਾ 'ਚ ਦੱਸਦਾ। ਜੇ ਤਾਂ ਬਚਪਨ ਤੋਂ ਹੀ ਹੋਵੇ ਤਾਂ ਉਹਨੂੰ ਤਾਂ ਟੀਕੇ ਹੀ ਲੈਣੇ ਪੈਂਦੇ ਆ ਇੰਸੂਲਿਨ ਦੇ। ਉਹ ਜਿਹੜੀ ਹੈਗੀ ਹੈ ਇੰਸੂਲਿਨ ਉਹਦੇ ਸਰੀਰ 'ਚ ਬਣ ਹੀ ਨਹੀਂ ਰਿਹਾ, ਜੇ ਬਣ ਰਿਹਾ ਤਾਂ ਉਹ ਕੰਮ ਨਹੀਂ ਕਰ ਰਿਹਾ। ਜੇ ਵੱਡੀ ਉਮਰ 'ਚ ਵੱਧ ਜਾਂਦਾ, ਉਹਨਾਂ ਦੀ ਨਾ ਜਿਹੜੀ ਪੈਨਕ੍ਰੀਆਸ ਦੇ ਉੱਪਰ ਖਾਸ ਸੈੱਲ ਹੁੰਦੇ ਆ, ਇਹ ਵੀ ਨੋਟ ਕਰ ਲਓ, ਜਿਹੜੇ ਇੰਸੂਲਿਨ ਬਣਾਉਂਦੇ ਆ ਉਹਨਾਂ ਨੂੰ ਕਹਿੰਦੇ ਆ ਬੀਟਾ ਸੈੱਲ। ਉਹ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ, ਕਈ ਲੋਕਾਂ ਦੇ ਸਰੀਰ ਵਿੱਚ ਉਹ ਮਰਨਾ ਸ਼ੁਰੂ ਕਰ ਦਿੰਦੇ ਆ। ਸਾਡਾ ਸਰੀਰ ਹੀ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ, ਜਿਹਦੇ ਕਰਕੇ ਇੰਸੂਲਿਨ ਲੈਵਲ ਘਟ ਜਾਂਦਾ ਹੈ। ਤੇ ਇੰਸੂਲਿਨ ਲੈਵਲ ਘਟ ਜਾਂਦਾ ਹੈ, ਫਿਰ ਸਾਡੇ ਖੂਨ 'ਚ ਗਲੂਕੋਜ਼ ਵਧਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਯੈਸ ਬੇਟੇ, ਇੱਕ ਭਵਾਨੀ ਬਿਸ਼ਨੋਈ ਬੱਚਾ ਸੀ, ਉਹ ਕੁਐਸਚਨ ਪੁੱਛ ਰਿਹਾ ਸੀ, ਦੱਸੋ ਬੇਟੇ। बेटा मैं ग्रुप च पाया होया, मैं एक बारी
अमृतपाल, यस बेटे दोबारा बोलो। एल एच बेटे, एल एच दैट इज ल्यूटिनाइजिंग हार्मोन। एल एच का फॉर्म है ल्यूटिनाइजिंग हार्मोन बेटे। ल्यूटिनाइजिंग मैं लिख के भेज ਦਿਆਂਗਾ बेटे सारे। वैसे ਇਹਦੇ ਵਿੱਚ ਲਿਖੀਆਂ ਵੀ ਹੋਈਆਂ ਜਿਹੜੀਆਂ ਆਪਣੇ ਕੋਲ ਹੈ ਨਾ, ਟੇਬਲ ਪਾਇਆ ਹੈ, ਟੇਬਲ ਦੇ ਵਿੱਚ ਲਿਖੀਆਂ ਹੋਈਆਂ बेटे। एक मिनट रमन, ਕਿਹੜੇ ਸਕੂਲ ਤੋਂ बेटा? अच्छा चल हाँ बेटा, ਤੁਹਾਡਾ क्वेश्चन नहीं ਮੈਨੂੰ पता ਲੱਗਿਆ। ਕੋਈ ਫੰਕਸ਼ਨ ਨਹੀਂ, ਉਹ ਵੈਸਟੀਜੀਅਲ ਹੈ। ਵੈਸਟੀਜੀਅਲ ਦਾ ਮਤਲਬ ਵੀ ਸਾਡੇ ਪੂਰਵਜਾਂ 'ਚ ਕੰਮ ਕਰਦੀ ਸੀ, ਸਾਡੇ 'ਚ ਨਹੀਂ ਕਰਦੀ। ਨਾਲੇ ਪਿਚੂਟਰੀ ਹੈ ਬੇਟਾ, ਪਿਚੂਟਰੀ ਪੰਜਾਬੀ 'ਚ ਇਹਨੂੰ ਕਹਿੰਦੇ ਆ ਪਿਊਸ਼, ਪਿਊਸ਼ ਗ੍ਰੰਥੀ, ਠੀਕ ਹੈ। ਮੀਡੀਅਨ ਪਿਚੂਟਰੀ, ਮੱਧ ਪਿਊਸ਼ ਗ੍ਰੰਥੀ ਸਾਡੇ ਸਰੀਰ ਵਿੱਚ ਕੋਈ ਕੰਮ ਨਹੀਂ ਕਰਦੀ, ਬਟ ਆਪਣੀ ਬੁੱਕ 'ਚ ਲਿਖਿਆ ਹੈ ਕਿ ਉਹ ਸਾਡੇ ਸਰੀਰ ਵਿੱਚ ਸਾਡੀ ਚਮੜੀ ਦਾ ਰੰਗ ਕੰਟਰੋਲ ਕਰਦੀ ਹੈ, ਜੋ ਕਿ ਗਲਤ ਹੈ। ਠੀਕ ਹੈ ਰਮਨ? ਹਾਂ ਸ਼ਰਨਜੀਤ ਨੇ ਯਸ ਬੇਟੇ। यस शरणजीत, पहला तुसी पूछ लो बेटे, फिर शैलजा पूछ लूगी। सर स्किन दा कलर ਉਹ ਕੌਣ ਕਰਦਾ ਹੈ ਬੇਟਾ? ਇੱਕ ਤਾਂ ਪੀਨੀਅਲ ਗਲੈਂਡ ਦੇ ਕੰਟਰੋਲ ਵਿੱਚ ਹੈ, ਇੱਕ ਸਾਡੇ এনवायरमेंटल ਕੰਡੀਸ਼ਨ ਵਾਤਾਵਰਣ ਦੇ ਕੰਟਰੋਲ ਵਿੱਚ ਹੈ। ਠੀਕ ਹੈ, ਕੁਝ ਜੀਨਸ ਹੈਗੇ ਆ, ਜੈਨੇਟਿਕ ਕੰਟਰੋਲ ਹੈ ਜਿਹੜਾ ਬਚਪਨ ਤੋਂ ਕੰਟਰੋਲ ਕਰਦੇ। ਕਈ ਬੱਚੇ ਬਚਪਨ ਤੋਂ ਹੀ ਗੋਰੇ ਹੁੰਦੇ ਆ, ਕਈ ਬਚਪਨ ਤੋਂ ਹੀ ਕਾਲੇ ਹੁੰਦੇ ਆ, ਉਹ ਉਹਨਾਂ ਦੇ ਸਰੀਰ ਵਿੱਚ ਜਿਹੜੇ ਡੀਐਨਏ ਹੈ ਉਹ ਕੰਟਰੋਲ ਕਰ ਰਿਹਾ ਜਿਹੜਾ ਪੁੱਤਰਾਂ ਤੋਂ ਆਇਆ ਹੈ। ਤਾਂ ਤਿੰਨ ਕੰਟਰੋਲ ਹੈ ਸਾਡੇ ਸਰੀਰ ਵਿੱਚ। ਜਿਹੜਾ ਵਾਤਾਵਰਣ ਦਾ ਕੰਟਰੋਲ ਹੈ ਉਹ ਟੈਂਪਰੇਰੀ ਹੈ, ਕਈ ਬੱਚੇ ਸਰਦੀਆਂ 'ਚ ਕਾਲੇ ਹੋ ਜਾਂਦੇ ਆ, ਗਰਮੀਆਂ 'ਚ ਗੋਰੇ ਹੋ ਜਾਂਦੇ ਆ, ਕਈਆਂ ਦਾ ਉਲਟਾ ਹੁੰਦਾ ਹੈ, ਤਾਂ ਵਾਤਾਵਰਣ ਕੰਟਰੋਲ ਕਰ ਰਿਹਾ ਹੁੰਦਾ ਹੈ। ਠੀਕ ਹੈ, ਯੈਸ। ਅੱਗੋਂ ਇੱਕ ਸ਼ੈਲਜਾ ਬੱਚਾ ਪੁੱਛ ਰਿਹਾ ਸੀ ਬੇਟੇ ਕੁਐਸਚਨ। हेलो सर बेटे। हेलो जी, हाँ जी बेटे। सर जी मोबाइल च नहीं बेटा, पीपीटी भेजी है उन्हें तुहानू, पीपीटी व्यूअर किहड़े ग्रुप च बेटे? सर नहीं अपने मुक्तसर दा मैं वेखदा बेटे, मैं भेजियां दोवां ग्रुपां च भेजियां बेटे। ओह ਉਹਦੇ ਚ ਬੇਟਾ ਮੈਂ ਹੈ ਨਹੀਂ, ਉਹਦੇ ਚ ਮੈਂ ਹੈ ਨਹੀਂ ਬੇਟੇ। ਮੈਂ NTSC 2020 ਤੇ NTSC ਮੁਕਤਸਰ 2020 ਇਹਦੇ ਚ ਹੈ। ਮੈਂ ਇਹਨਾਂ ਦੋਵਾਂ ਚ ਭੇਜੀਆਂ। ਗਿੱਦੜਵਾ ਵਾਲੇ ਚ ਹੈ ਮੈਂ ਬੇਟਾ, ਗਿੱਦੜਵਾ ਤੋਂ ਹੀ ਹੈ। ਹਾਂਜੀ ਹਾਂਜੀ ਦੱਸ ਬੇਟੇ। ਜੀ ਵੈਰੀ ਗੁੱਡ ਕੁਐਸਚਨ ਬੇਟਾ। ਇੱਕ ਮਿੰਟ ਮੈਂ ਦੱਸਦਾ। ਹੰਸਿਕਾ PSCB ਕੋਟਭਾਈ। ਹਾਂ ਠੀਕ ਹੈ ਬੇਟੇ, ਆਪਾਂ ਮਿਲੇ ਹੋਏ ਆ ਪੁੱਤ, ਮੈਂ ਤੈਨੂੰ ਜਾਣਦਾ। ਤਾਂ ਬੇਟਾ ਜਿਹੜਾ ਥਾਇਰਾਇਡ ਗ੍ਰੰਥੀ ਹੈ ਨਾ, ਇਹਨੂੰ ਕੰਮ ਕਰਨ ਵਾਸਤੇ ਆਇਓਡੀਨ ਦੀ ਲੋੜ ਪੈਂਦੀ ਹੈ। ਕਿਉਂਕਿ ਜਿਹੜਾ ਸਾਡਾ ਥਾਇਰਾਇਡ ਹਾਰਮੋਨ ਹੈ ਨਾ, ਵੈਸੇ ਤੁਹਾਡੇ ਲੈਵਲ ਦਾ ਨਹੀਂ ਪਰ ਮੈਂ ਦੱਸ ਦਿੰਦਾ, ਇਹਨੂੰ ਕਹਿੰਦੇ ਆ ਟੈਟਰਾ ਆਇਓਡੋਥਾਇਰੋਕਸਿਨ। ਠੀਕ ਹੈ, TIT। ਤਾਂ ਇਹਨੂੰ ਬਣਾਉਣ ਵਾਸਤੇ, ਇਸ ਹਾਰਮੋਨ ਨੂੰ ਬਣਾਉਣ ਵਾਸਤੇ ਸਾਡੇ ਸਰੀਰ ਦੇ ਵਿੱਚ ਆਇਓਡੀਨ ਦੀ ਲੋੜ ਪੈਂਦੀ ਹੈ। ਤੇ ਜੇਕਰ ਮੰਨ ਲਓ ਵੀ ਅਸੀਂ ਆਇਓਡਾਈਡ, ਉਹ ਆਇਨ ਦੀ ਫਾਰਮ ਦੇ ਵਿੱਚ ਸਾਡੇ ਸਰੀਰ ਵਿੱਚ ਘਟ ਜਾਂਦਾ ਹੈ, ਤਾਂ ਸਾਡੇ ਥਾਇਰਾਇਡ ਗ੍ਰੰਥੀ ਦਾ ਸਾਈਜ਼, ਥਾਇਰਾਇਡ ਗਲੈਂਡ ਦਾ ਸਾਈਜ਼ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਤੁਹਾਨੂੰ ਪਤਾ ਵੀ ਉਹ ਗਲੇ 'ਚ ਹੈ, ਤਾਂ ਗਲੇ 'ਚ ਜਦੋਂ ਬਹੁਤ ਵੱਡਾ ਹੋ ਗਿਆ ਤੇ ਗਲੇ 'ਚ ਇੱਕ ਗੰਢ ਜੀ ਲਮਕਣ ਲੱਗ ਜੂਗੀ। ਉਸ ਡਿਜ਼ੀਜ਼ ਨੂੰ ਕਹਿੰਦੇ ਆ ਗੋਇਟਰ, ਪੰਜਾਬੀ 'ਚ ਕਹਿੰਦੇ ਆ ਗਿੱਲੜ। ਠੀਕ ਹੈ, ਤਾਂ ਉਹ ਫਿਰ ਸਰਜੀਕਲੀ ਉਹਨੂੰ ਕੱਟ ਰਿਮੂਵ ਕਰ ਦਿੱਤਾ ਜਾਂਦਾ ਹੈ ਤੇ ਸਾਡੇ ਸਰੀਰ ਦੇ ਵਿੱਚ ਆਇਓਡੀਨ ਦੀ ਮਾਤਰਾ ਨੂੰ ਵਧਾ ਦਿੱਤਾ ਜਾਂਦਾ ਹੈ। ਸੋ ਐਸੇ ਕਰਕੇ ਯਾਦ ਰੱਖੋ, ਸਾਰੇ ਬੱਚਿਆਂ ਨੂੰ ਆਇਓਡਾਈਜ਼ਡ ਸਾਲਟ ਖਾਣਾ ਚਾਹੀਦਾ ਹੈ। ਤੇ ਤੁਹਾਡੀ ਉਮਰ ਦੇ ਵਿੱਚ ਜ਼ਰੂਰੀ ਵੀ ਹੈ, ਕਿਉਂਕਿ ਦਿਮਾਗ ਦੇ ਵਾਧੇ ਤੇ ਵਿਕਾਸ ਲਈ, ਫੋਰ ਦਾ ਡਿਵੈਲਪਮੈਂਟ ਆਫ ਬ੍ਰੇਨ, ਆਇਓਡੀਨ ਇਜ਼ ਆਲਸੋ ਨੈਸੈਸਰੀ। ਥਾਇਰੋਕਸੀ ਮਤਲਬ ਕਿ ਥਾਇਰਾਇਡ ਕੰਮ ਕਰਦਾ ਹੈ, ਤੇ ਉੱਥੇ ਤੁਹਾਨੂੰ ਇਹਦੀ ਇਸ ਚੀਜ਼ ਦੀ ਲੋੜ ਪੈਂਦੀ ਹੈ। ਠੀਕ ਹੈ ਬੇਟੇ। ਯਸ, ਐਨੀ ਡਾਊਟ ਬੇਟੇ? ਆਪਣੇ ਮੀਟਿੰਗ ਖਤਮ ਹੋ ਰਹੀ ਹੈ। ਤਾਂ ਬੇਟੇ ਜੇ ਕੋਈ ਡਾਊਟ ਹੋਵੇ, ਤੁਸੀਂ ਨਵਨੀਤ ਕੌਰ ਨੇ ਕੀਤਾ ਆਲਮ ਵਾਲਾ ਤੋਂ ਹੈਂਡ ਰੇਜ਼। ਯਸ ਬੇਟੇ, ਯਸ ਬੇਟਾ।
ਬੇਟਾ ਸਾਈਜ਼ ਅਪਰੋਕਸੀਮੇਟਲੀ ਸੇਮ ਹੁੰਦਾ ਲਗਭਗ, ਪਰ ਤੁਸੀਂ ਹੁਣ ਮੈਨੂੰ ਇਹ ਪਤਾ ਵੀ ਇਹ ਪੁੱਛੋਗੇ ਵੀ ਕੋਈ ਬਹੁਤ ਜ਼ਿਆਦਾ ਇੰਟੈਲੀਜੈਂਟ ਤੇ ਕੋਈ ਬਹੁਤ ਜ਼ਿਆਦਾ ਨਲਾਇਕ ਕਿਉਂ ਹੁੰਦਾ ਹੈ, ਤੇ ਇਹਦਾ ਕਾਰਨ ਪਤਾ ਕੀ ਹੈ ਪੁੱਤ? ਯੈਸ, ਨਹੀਂ ਆਪਾਂ ਨਾ ਇੱਕ ਤੁਹਾਨੂੰ ਮੈਂ ਬੇਸਿਕ ਚੀਜ਼ ਦੱਸਦਾ ਵੀ ਇੱਕ ਚੀਜ਼ ਵੇਖੀ ਗਈ ਵੀ ਜਿਹਦਾ ਬ੍ਰੇਨ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦਾ ਨਾ ਉਹ ਹਾਈਲੀ ਫੋਲਡਡ ਹੁੰਦਾ ਹੈ। ਠੀਕ ਹੈ, ਮੈਂ ਤੁਹਾਨੂੰ ਕੱਲ ਨੂੰ ਚਲੋ ਫੋਟੋ ਵਿਖਾਵਾਂਗਾ, ਕੱਲ ਨੂੰ ਆਪਾਂ ਟਾਈਮ ਕੱਢ ਕੇ ਗੱਲ ਕਰਾਂਗੇ। ਜਿਹਦੀਆਂ ਉਹ ਫੋਲਡਿੰਗਸ ਘੱਟ ਹੁੰਦੀਆਂ ਉਹ ਥੋੜਾ ਜਿਹਾ ਬੰਦਾ ਘੱਟ ਇੰਟੈਲੀਜੈਂਟ ਸਮਝਿਆ ਜਾਂਦਾ ਹੈ। ਕੁਛ ਇਹ ਜੈਨਟਿਕਸ ਤੇ ਵੀ ਸਾਡੇ ਡਿਪੈਂਡ ਕਰਦਾ, ਜੀਨਸ ਤੇ ਕੁਛ ਸਾਡੀ ਪ੍ਰੈਕਟਿਸ ਤੇ ਵੀ ਡਿਪੈਂਡ ਕਰਦਾ ਹੈ। ਤੇ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਬੇਟੇ ਨੋਟ ਕਰਾ ਦਿਆਂ, ਜਿਹੜੀ ਬ੍ਰੇਨ ਦੀ ਡਿਵੈਲਪਮੈਂਟ ਹੈ ਉਹ ਲਗਭਗ ਤੁਹਾਡੀ ਉਮਰ ਤੱਕ ਹੀ ਹੁੰਦੀ ਹੈ, ਤੇ ਜਿਹੜੀ ਬ੍ਰੇਨ ਦੀ ਰੀਜਨਰੇਸ਼ਨ ਪਾਵਰ ਹੈ ਵੀ ਆਪਣੇ ਆਪ ਨੂੰ ਠੀਕ ਕਰਨ ਦੀ ਸਮਰੱਥਾ ਉਹ 9 ਸਾਲ ਤੱਕ ਹੁੰਦੀ ਹੈ। ਹੁਣ ਇਸ ਉਮਰ ਦੇ ਵਿੱਚ ਤੁਸੀਂ ਆਪਦੀ ਪੜ੍ਹਨ ਦੀ ਜਿੰਨੀ ਕਪੈਸਿਟੀ ਬਣਾ ਲਈ ਸਾਰੀ ਉਮਰ ਓਨੀ ਰਹਿਣੀ ਹੈ। ਮੈਂ ਬਚਪਨ 'ਚ ਹਮੇਸ਼ਾ ਰਾਤ ਨੂੰ ਪੜ੍ਹਦਾ ਹੁੰਦਾ ਸੀ, ਦਿਨੇ ਕਦੇ ਪੜ੍ਹਿਆ ਹੀ ਨਹੀਂ, ਤੇ ਹੁਣ ਵੀ ਜ਼ਿੰਦਗੀ 'ਚ ਮੇਰੇ ਤੋਂ ਦਿਨੇ ਕਦੇ ਪੜ੍ਹਿਆ ਹੀ ਨਹੀਂ ਜਾਂਦਾ, ਰਾਤ ਨੂੰ ਭਾਵੇਂ ਮੈਂ ਸਾਰੀ ਰਾਤ ਪੜ੍ਹੀ ਚੱਲਾਂ। ਸੋ ਇਹ ਜਿਹੜੀਆਂ ਹੈਬਿਟਸ ਤੁਸੀਂ ਹੁਣ ਬਣਾ ਲਈਆਂ ਇਹ ਹੈਬਿਟਸ ਤੁਹਾਡੀਆਂ ਸਾਰੀ ਉਮਰ ਰਹਿਣਗੀਆਂ। ਸੋ ਇਸ ਕਰਕੇ ਤੁਸੀਂ ਆਪਦੇ ਬ੍ਰੇਨ ਦੀ ਜਿੰਨੀ ਡਿਵੈਲਪਮੈਂਟ ਕਰਨੀ ਹੈ, ਜਿੰਨਾ ਆਪਦੇ ਬ੍ਰੇਨ ਨੂੰ ਐਡਜਸਟ ਕਰਨਾ ਹੈ, ਜੋ ਆਪਦੇ ਵਿੱਚ ਚੇਂਜਿਸ ਲਿਆਉਣੇ ਹੈ ਉਹ ਐਸੀ ਉਮਰ 'ਚ ਲਿਆ ਸਕਦੇ ਹੋ। ਠੀਕ ਹੈ, ਚਲੋ ਬੇਟੇ ਫਿਰ ਰਹਿ ਗਏ 3 ਸੈਕਿੰਡ, ਮੀਟਿੰਗ ਇਜ਼ ਗੋਇੰਗ ਟੂ ਓਵਰ। ਤਾਂ ਆਪਾਂ ਫਿਰ ਕੱਲ ਮਿਲਦੇ ਹਾਂ। ਜੇ ਕਿਸੇ ਬੱਚੇ ਨੂੰ ਡਾਊਟ ਹੋਇਆ ਤਾਂ ਪਲੀਜ਼ ਤੁਸੀਂ ਮੈਨੂੰ ਮਤਲਬ ਕਿ